देख देख जीवा। दर्शन सतगुर तेरा जी मैं 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 देख देख जीवा। दर्शन देख जीवा गुर तेरा। पूरन कर्म होए प्रभ मेरा। दर्शन तेरे सुन प्रभ मेरे निमक दृष्ट पेख जीवा। तेरे दर्शन विट हो खनिए वंजा। तेरे नाम विटो कुर्बानो नाम विटो कुर्बानो। धन सुवेला जित दर्शन करना बलिहारी सतगुर चरना। धन सुवेला जित दर्शन करना बलिहारी सतगुर चरना। जी के दाते प्रीतम प्रभ मेरे। मन जीवै प्रभ नाम तेरे। जी के दाते प्रीतम प्रभ मेरे। मन जीवै प्रभ नाम तेरे। जी के दाते प्रीतम प्रभ मेरे। मन जीवै प्रभ नाम तेरे। तेरे जी तू सद ही साथी। संसार सागर ते काढ़ दे हाथी। तेरे तेनू सद ही साथी। संसार सागर ते काढ़ दे हाथी। संग ही साथी संसार सागर ते काढ़ दे हाथी। तेरे जी तू सद ही साथी। संसार सागर ते काढ़ दे हाथी। तेरे जी तू सद ही साथी। संसार सागर ते काढ़ दे हाथी। लाल रंगीले प्रीतम मन मोहन तेरे दर्शन को हम बारे। लाल रंगीले प्रीतम मन मोहन तेरे दर्शन को हम बारे। लाल रंगीले प्रीतम मन मोहन तेरे दर्शन को हम बारे। लाल रंगीले प्रीतम मन मोहन तेरे दर्शन को हम बारे। दर्शन को हम बारे। तेरे दर्शन को हम बारे। दर्शन को हम बारे। तेरे दर्शन को हम बारे। दर्शन को हम बारे। तेरे दर्शन को हम बारे। दर्शन को हम बारे। तेरे दर्शन को हम बारे। दर्शन को हम बारे। दर्शन को हम बारे। दर्शन को हम बारे। तेरे दर्शन को हम बारे। क्या गुण तेरे सार समाली मोहिनी।
ਦਾਤਾਰੇ। ज्ञान ध्यान किछ कर्म न जाना, सार न जाना तेरी। सब ते वड्डा सतगुर नानक, जिन कल राखी मेरी। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਰਾਖੀ ਮੇਰੀ ਜਿਨ ਕਲ ਰਾਖੀ ਮੇਰੀ। ਰਾਖੀ ਮੇਰੀ ਜਿਨ ਕਲ ਰਾਖੀ ਮੇਰੀ। ਰਾਖੀ ਮੇਰੀ ਜਿਨ ਕਲ ਰਾਖੀ ਮੇਰੀ। ਜਿਨ ਕਲ ਰਾਖੀ ਮੇਰੀ। ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੇ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੇ। ਸਭ ਤੇ ਵੱਡਾ ਸਤਿਗੁਰੂ ਨਾਨਕ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਧੰਨ ਸਤਿਗੁਰੂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਕੀ ਪਿਆਰੀ ਸਾਧ ਸੰਗਤ। ਅੱਜ ਆਪਾਂ ਸਾਰੇ ਹੀ ਧੰਨ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਓਡੀਣਾ। ਗਈ ਵਹੋੜ ਬੰਦੀ ਛੋੜ ਨਿਰੰਕਾਰ ਦੁਖਧਾਰੀ। ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ। ਜਿਨ੍ਹਾਂ ਸਤਿਗੁਰਾਂ ਦੇ ਬਾਰੇ ਬੰਦੀ ਛੋੜ ਦਾਤਾ ਦੇ ਨਾਮ ਨਾਲ ਜਿਨ੍ਹਾਂ ਨੂੰ ਅਸੀਂ ਯਾਦ ਕਰਦੇ ਹਾਂ, ਉਹਨਾਂ ਦੇ ਦਿਹਾੜੇ ਨੂੰ ਮਨਾਉਂਦੇ ਹਾਂ। ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਹੁਤ ਹੀ ਵੱਡਾ ਪਰਉਪਕਾਰ ਜਿਨ੍ਹਾਂ ਦਾ ਸੰਸਾਰ ਦੇ ਉੱਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਛੇਵੀਂ ਜੋਤ, ਗੁਰੂ ਨਾਨਕ ਮਹਾਰਾਜ, ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ
ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਗੁਰੂ ਅਰਜਨ ਦੇਵ ਮਹਾਰਾਜ ਤੇ ਉਹਨਾਂ ਤੋਂ ਉਪਰੰਤ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਜਿਨ੍ਹਾਂ ਦੇ ਬਾਰੇ ਭਾਈ ਗੁਰਦਾਸ ਜੀ ਲਿਖਦੇ ਨੇ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਲ ਭੰਜਨ ਹਨ। ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਬੜੇ ਵੱਡੇ ਜੋਧੇ ਸਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ। ਵੱਡ ਜੋਧਾ ਬਹੁ ਪਰਉਪਕਾਰੀ। ਚੱਲੀ ਪੀੜੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਾਇਆ ਨੂੰ ਪਲਟਿਆ ਜਦੋਂ ਇਸ ਸਰੀਰ ਨੂੰ ਛੱਡਿਆ। ਸਰੀਰ ਰੂਪੀ ਕਾਇਆ ਨੂੰ ਜਦੋਂ ਛੱਡਿਆ ਤੇ ਉਹਨਾਂ ਦੀ ਜਿਹੜੀ ਜੋਤ ਸੀ ਮੂਰਤ ਹਰਗੋਬਿੰਦ ਸਵਾਰੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਵਿੱਚ ਉਹਨਾਂ ਦੀ ਜੋਤ ਸਮਾ ਗਈ। ਭਾਵ ਕਿ ਪੰਜਵੇਂ ਪਾਤਸ਼ਾਹ ਦੇ ਵਿੱਚ ਜਿਹੜੀ ਜੋਤ ਗੁਰੂ ਨਾਨਕ ਜੀ ਮਹਾਰਾਜ ਦੀ ਸੀ, ਉਹ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਜਾ ਵਿਰਾਜੀ। ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਆਪੋ ਆਪਣਾ ਸੋਢੀ ਕੁਲ ਦੇ ਵਿੱਚੋਂ ਸਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਸੁਪੁੱਤਰ ਗੁਰੂ ਅਰਜਨ ਦੇਵ ਮਹਾਰਾਜ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇਕਲੌਤੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ। ਮਾਤਾ ਗੰਗਾ ਜੀ ਨੇ ਕਿਸ ਪ੍ਰਕਾਰ ਧੰਨ ਬਾਬਾ ਬੁੱਢਾ ਸਾਹਿਬ ਜੀ ਤੋਂ ਦਾਤ ਪ੍ਰਾਪਤ ਕੀਤੀ, ਨਾਮ ਹੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਰੱਖਿਆ। ਤੇ ਉਹਨਾਂ ਦੇ ਵਿੱਚ ਇਲਾਹੀ ਜੋਤ ਅੱਜ ਗੁਰਤਾ ਗੱਦੀ ਦੇਣ ਦਾ ਜੇ ਸਮਾਂ ਆਇਆ ਹੈ, ਤੇ ਗੁਰਤਾ ਗੱਦੀ ਵੀ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਕਰ ਕਮਲਾਂ ਦੁਆਰਾ ਮਰਿਆਦਾ ਕੀਤੀ ਗਈ। ਮੂਰਤ ਹਰਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ ਰੂਪ ਦਿਖਾਉਣ ਵਾਰੋ ਵਾਰੀ। ਉਹ ਸਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਬਾਰੇ ਬਾਣੀ ਕਹਿੰਦੀ ਹੈ, ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ, ਨਾਮ ਪਰਿਓ ਭਗਤ ਗੋਬਿੰਦ ਕਾ, ਇਹ ਰਾਖੋ ਪੈਜ ਤੁਮਾਰੀ। ਹਰ ਜੀਓ ਨਿਮਾਣਿਆ ਤੂੰ ਮਾਣ, ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ। ਛੇਵੇਂ ਪਾਤਸ਼ਾਹ ਮਹਾਰਾਜ ਜੀ ਏਡੇ ਯੋਧੇ ਸਨ, ਬਲਵਾਨ ਸਨ ਕਿ ਉਹਨਾਂ ਨੇ ਜੇ 50-100 ਮੀਲ ਸਫ਼ਰ ਕਰਨਾ ਹੁੰਦਾ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ 2 ਘੋੜੇ ਨਾਲ ਚੱਲਦੇ ਸਨ। ਇੱਕ ਘੋੜੇ ਤੇ ਸਵਾਰੀ ਕਰਦੇ ਸਨ, ਇੱਕ ਘੋੜਾ 2 ਘੋੜੇ ਉਦਾਂ ਹੀ ਨਾਲ ਲੈ ਕੇ ਚੱਲਦੇ ਸਨ, ਕਿਉਂਕਿ ਸਤਿਗੁਰੂ ਦਾ ਜਿਹੜਾ ਵਜਨ ਸੀ, ਸਰੀਰ ਦਾ ਕੱਦ 6 ਫੁੱਟ ਤੋਂ ਵੀ ਉੱਪਰ ਸੀ ਅਤੇ ਸਰੀਰ ਬਹੁਤ ਹੀ ਬਲਵਾਨ ਅਤੇ ਭਾਰੀ ਸੀ। ਜਦੋਂ ਇੱਕ ਘੋੜੇ ਤੇ ਸਫ਼ਰ ਕਰਦੇ ਸਨ ਤੇ ਕੁਝ ਮੀਲਾਂ ਬਾਅਦ ਹੀ ਘੋੜਾ ਥੱਕ ਜਾਂਦਾ ਸੀ, ਫਿਰ ਤੋਂ ਉਸ ਤੋਂ ਬਾਅਦ ਸਤਿਗੁਰੂ ਦੀ ਸਵਾਰੀ ਵਾਸਤੇ ਘੋੜਾ ਬਦਲਿਆ ਜਾਂਦਾ ਸੀ। ਉਹ ਵੀ ਥੱਕ ਜਾਵੇ ਫਿਰ ਤੀਸਰਾ ਘੋੜਾ ਉਹ ਵੀ ਤਿਆਰ ਕੀਤਾ ਜਾਂਦਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਘੋੜ ਸਵਾਰੀ ਦੇ, ਸ਼ਿਕਾਰ ਦੇ, ਪਹਿਲਵਾਨੀ ਦੇ ਬੜੇ ਸ਼ੌਕੀਨ ਸਨ ਅਤੇ ਸਤਿਗੁਰੂ ਬੜੇ ਮੁਕਾਬਲੇ ਕਰਵਾਉਂਦੇ। ਆਪਣੇ ਸਿੱਖਾਂ ਨੂੰ ਇਸ ਗੱਲ ਦੀ ਸੋਝੀ ਦਿੰਦੇ। ਪੈਂਦੇ ਖਾਂ ਵਰਗੇ ਜਿਹੜੇ ਬੜੇ ਯੋਧੇ ਸਨ, ਉਹਨਾਂ ਨੂੰ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਮੈਦਾਨ ਦੇ ਵਿੱਚ ਸ਼ਿਕਸਤ ਦੇ ਦਿੰਦੇ ਸਨ, ਉਹਨਾਂ ਨੂੰ ਹਰਾ ਦਿੰਦੇ ਸਨ। ਪੈਂਦੇ ਖਾਂ ਐਡਾ ਵੱਡਾ ਯੋਧਾ ਸੀ ਕਿ ਜਿੱਥੇ ਵੀ ਉਹ ਆਪਦੀ ਕਸਰਤ ਕਰਦਾ ਸੀ, ਉਸ ਥਾਂ ਤੇ ਉਹ ਜਿਹੜੀ ਜਗ੍ਹਾ ਸੀ, ਉਹ ਜਗ੍ਹਾ ਵੀ ਥੱਲੇ ਨੱਪੀ ਜਾਂਦੀ ਸੀ, ਆਮ ਧਰਤੀ ਨਾਲੋਂ ਨੀਵੀਂ ਹੋ ਜਾਂਦੀ ਸੀ। ਸਿੱਕੇ ਨੂੰ ਲੈਂਦਾ ਸੀ ਤੇ ਸਿੱਕੇ ਦੇ ਉੱਪਰ ਲਿਖੇ ਹੋਏ ਨੂੰ ਮਸਲ ਕੇ ਉਹਨੂੰ ਮੇੜ ਦਿੰਦਾ ਸੀ, ਸਿੱਕੇ ਨੂੰ ਢਾਲ ਦਿੰਦਾ ਸੀ ਆਪਣੇ ਹੱਥਾਂ ਦੇ ਨਾਲ। ਮੁਸਲਮਾਨਾਂ ਦਾ ਪੁੱਤਰ ਸੀ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਾਲਿਆ ਸੀ, ਵੱਡਿਆ ਕੀਤਾ ਸੀ।
ਤੇ ਜਦੋਂ ਬੜਾ ਉਹਨੂੰ ਮਾਣ ਹੰਕਾਰ ਹੋ ਜਾਣਾ, ਫਿਰ ਸਾਧੂ ਉਹਨੇ ਕਹਿਣਾ ਸਭਾ ਦੇ ਵਿੱਚ ਕਿ ਹੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਤੁਹਾਡੀ ਸਭਾ ਦੇ ਵਿੱਚ ਕੋਈ ਵੀ ਐਸਾ ਯੋਧਾ ਨਹੀਂ ਹੈ ਜਿਹੜਾ ਮੈਨੂੰ ਪੈਂਦੇ ਖਾਂ ਨੂੰ ਹਰਾ ਸਕੇ। ਤੁਹਾਡੀ ਸਭਾ ਦੇ ਵਿੱਚ, ਤੁਹਾਡੇ ਸਿੰਘਾਂ ਦੇ ਵਿੱਚ, ਤੁਹਾਡੇ ਸਿੱਖਾਂ ਦੇ ਵਿੱਚ ਕੋਈ ਇਹੋ ਜਿਹਾ ਨਹੀਂ ਮਹਾਰਾਜ ਜਿਹੜਾ ਪੈਂਦੇ ਖਾਂ ਨੂੰ ਹਰਾ ਦੇਵੇ, ਪੈਂਦੇ ਖਾਂ ਨੂੰ ਢਾਹ ਲਵੇ, ਪੈਂਦੇ ਖਾਂ ਨੂੰ ਚਿੱਤ ਕਰ ਦੇਵੇ। ਸਤਿਗੁਰੂ ਨੇ ਸੁਣਨਾ, ਫਿਰ ਕਹਿਣਾ ਮਹਾਰਾਜ ਸਿੱਖਾਂ ਦੀ ਤੇ ਗੱਲ ਇੱਕ ਤਰਫ, ਜੇ ਤੁਸੀਂ ਵੀ ਪੈਂਦੇ ਖਾਂ ਨਾਲ ਦੋ ਹੱਥ ਕਰੋ ਤੇ ਪੈਂਦੇ ਖਾਂ ਤੁਹਾਨੂੰ ਵੀ ਹਰਾ ਦੇਗਾ। ਆਖੋ ਸਤਨਾਮ ਸ਼੍ਰੀ। ਛੋਟਾ ਜਿਹਾ ਗੁਰੂ ਹਰਗੋਬਿੰਦ ਸਾਹਿਬ ਕੋਲ ਮਹਾਰਾਜ ਕੋਲ ਆਇਆ ਸੀ। ਸਤਿਗੁਰੂ ਨੇ ਪਾਲਿਆ ਪਲੋਸਿਆ, ਪਠਾਣਾ ਦਾ ਪੁੱਤਰ ਸੀ, ਵੱਡਿਆਂ ਕੀਤਾ। ਅੰਤ ਨੂੰ ਕਹਿਣਾ ਮਹਾਰਾਜ ਸਿੱਖਾਂ ਦੀ ਗੱਲ ਇੱਕ ਪਾਸੇ, ਤੁਸੀਂ ਵੀ ਜੇ ਪੈਂਦੇ ਖਾਂ ਨਾਲ ਲੜੋ ਮਹਾਰਾਜ, ਤੁਸੀਂ ਵੀ ਪੈਂਦੇ ਖਾਂ ਨੂੰ ਹਰਾ ਨਹੀਂ ਸਕਦੇ। ਫਿਰ ਸਿੱਖਾਂ ਨੇ ਸਤਿਗੁਰੂ ਵੱਲ ਵੇਖਣਾ ਕਿ ਸਤਿਗੁਰੂ ਵੀ ਨਹੀਂ ਇਹਨੂੰ ਹਰਾ ਸਕਦੇ। ਫਿਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਆਸਣ ਤੋਂ ਉੱਠਣਾ। ਫਿਰ ਪੈਂਦੇ ਖਾਂ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਘੋਲ ਹੋਣਾ, ਮੁਕਾਬਲਾ ਹੋਣਾ। ਫਿਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੈਂਦੇ ਖਾਂ ਨੂੰ ਪੂਰੀ ਧੂਲ ਚਟਾ ਕੇ, ਪੂਰੀ ਤਰ੍ਹਾਂ ਨੂੰ ਚਿੱਤ ਕਰਕੇ ਹਰਾ ਕੇ ਕਹਿਣਾ ਹੁਣ ਦੱਸ ਪੈਂਦੇ ਖਾਂ। ਪੈਂਦੇ ਖਾਂ ਨੇ ਫਿਰ ਕਹਿਣਾ ਮਹਾਰਾਜ ਕਿ ਤੁਸੀਂ ਤੇ ਪੀਰ ਹੋ, ਅਵਤਾਰ ਹੋ, ਗੁਰੂ ਹੋ ਮਹਾਰਾਜ, ਤੁਸੀਂ ਆਪਦੀਆਂ ਸ਼ਕਤੀਆਂ ਨਾਲ ਲਾ ਲੈਂਦੇ ਜੋ ਤਾਂ ਮੈਨੂੰ ਹਰਾ ਦਿੰਦੇ ਜੋ। ਮਹਾਰਾਜ ਜੇ ਸਰੀਰ ਨਾਲ ਲੜੇ ਤੇ ਮਹਾਰਾਜ ਪੈਂਦੇ ਖਾਂ ਨਹੀਂ ਹਾਰ ਸਕਦਾ। ਇਹਨਾਂ ਆਪਣੇ ਸਰੀਰ ਦੇ ਉੱਪਰ ਕਹਿਣ ਤੋਂ ਭਾਵ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬੜੇ ਹੀ ਬਲਸ਼ਾਲੀ ਯੋਧੇ ਵੀ ਸਨ। ਮੀਰੀ ਪੀਰੀ ਦੇ ਦੋ ਕਿਰਪਾਨਾਂ ਧਾਰੀਆਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ। ਬੜੇ ਹੀ ਸਹਿਨਸ਼ੀਲ ਅਤੇ ਗੁਣਾਂ ਵਾਲੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਬਾਰੇ ਜਿਹੜਾ ਸਭ ਤੋਂ ਵੱਡਾ ਜ਼ਿਕਰ ਆਉਂਦਾ ਹੈ, ਜਿਸ ਕਰਕੇ ਦਿਹਾੜਾ ਬੰਦੀ ਛੋੜ ਦਿਵਸ, ਦੀਪਾਵਲੀ, ਦੀਵਾਲੀ ਦਾ ਦਿਹਾੜਾ ਆਪਾਂ ਮਨਾਉਂਦੇ ਹਾਂ। ਉਹਨਾਂ ਦੇ ਜੀਵਨ ਨਾਲ ਬੜੀ ਵੱਡੀ ਘਟਨਾ ਜੁੜੀ ਹੈ, ਜੋ ਉਹਨਾਂ ਨੇ ਗਵਾਲੀਅਰ ਦੇ ਕਿਲੇ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਾ ਕੇ 52 ਰਾਜਿਆਂ ਨੂੰ ਮੁਕਤ ਕਰਾਇਆ, ਉਹਨਾਂ ਦੀ ਮੁਕਤੀ ਕਰਾਈ। ਸਤਿਗੁਰੂ ਦੀ ਬਾਣੀ ਕਹਿੰਦੀ ਹੈ ਨਾਰਾਇਣ ਨਰਪਦ ਨਮਸਕਾਰ ਹੈ, ਐਸੇ ਗੁਰੂ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ। ਇਹ ਕਹਿੰਦੇ ਗੁਰੂ ਦੀ ਵਡਿਆਈ ਹੈ ਜਿਹੜਾ ਆਪ ਮੁਕਤ ਹੈ। ਜਿਹੜਾ ਆਪ ਮੁਕਤ ਹੈ ਉਹੀ ਦੂਜੇ ਨੂੰ ਮੁਕਤ ਕਰ ਸਕਦਾ। ਜਿਹੜਾ ਆਪ ਬੰਧਨਾਂ ਵਿੱਚ ਬੰਧਿਆ ਹੋਇਆ ਹੈ ਉਹ ਦੂਜੇ ਨੂੰ ਕੀ ਛੁਡਾਵੇਗਾ। ਜਿਹਦੇ ਆਪਦੇ ਹੱਥ ਪਹਿਲਾਂ ਬੰਨੇ ਹੋਣ ਉਹ ਦੂਜੇ ਦੇ ਬੰਧਨ ਨਹੀਂ ਖੋਲ ਸਕਦਾ। ਤੇ ਇਸ ਲਈ ਕਹਿੰਦੇ ਨੇ ਨਾਰਾਇਣ ਨਰਪਦ ਨਮਸਕਾਰ ਹੈ, ਐਸੇ ਗੁਰੂ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ। आप मुकत मोहे तारे ऐसे गुर को बल बल जाइए। आप मुकत मोहे तारे ऐसे गुर को बल बल जाइए। आप मुकत मोहे तारे ऐसे गुर को बल बल जाइए। आप मुकत मोहे तारे ऐसे गुर को बल बल जाइए। आप मुकत मोहे तारे ऐसे गुर को बल बल जाइए। आप मुकत मोहे तारे ऐसे गुर को बल बल जाइए। गुर को बल बल जाइए ऐसे गुर को बल बल जाइए। गुर को बल बल जाइए ऐसे गुर को बल बल जाइए। गुर को बल बल जाइए से गुर को बल बल जाइए। गुर को बल बल जाइए ऐसे गुर को बल बल जाइए। आप मुकत मोहे तारे ऐसे गुर को बल बल जाइए। आप मुकत मोहे तारे ऐसे गुर को बल बल जाइए।
आप मुकद मोहे तारे ऐसे गुर को बल बल जाइए। आप मुकद मोहे तारे ऐसे गुर को बल बल जाइए। आप मुकत मोह तारे ऐसे गुर को बल बल जाइए। आप मुकत मोह तारे ऐसे गुर को बल बल जाइए। सतगुरु सच्चे पातशाह ने विध बनाई। ਉਹ ਰਾਜੇ ਜਿਹੜੇ ਪੁਕਾਰ ਕਰਦੇ ਸਨ। ਪੁਕਾਰ ਵੱਡੀ ਗੱਲ ਹੈ। ਜਹਾਂਗੀਰ ਨੂੰ ਨਜ਼ੂਮੀਏ ਨੇ ਦੱਸਿਆ, ਮਹਾਰਾਜ ਬੜੇ ਭੈੜੇ ਜੋ ਤੁਹਾਡੇ ਸੁਪਨੇ ਆਉਂਦੇ ਨੇ। ਜਹਾਂਗੀਰ ਕਹਿਣ ਲੱਗਾ ਮੈਨੂੰ ਕਿ ਬੜੇ ਜਿਹੜੇ ਸੁਪਨੇ ਆ ਰਹੇ ਨੇ, ਬੁਰੇ ਬੁਰੇ ਖਿਆਲ ਆਉਂਦੇ ਨੇ। ਸੁਪਨਿਆਂ ਵਿੱਚ ਸ਼ੇਰ ਆ ਕੇ ਮੈਨੂੰ ਡਰਾਉਂਦੇ ਨੇ। ਤੇ ਨਜੂਮੀਆਂ ਪੰਡਤ ਜਿਹੜੇ ਸਿਆਣੇ ਸਨ ਉਹਨਾਂ ਦੇ ਕੋਲੋਂ ਦੱਸਣ ਲੱਗੇ ਕਿ ਤੇਰੇ ਤੇ ਕੋਈ ਸਮਾਂ ਮਾੜਾ ਆਉਣ ਵਾਲਾ ਹੈ। ਤੇਰੇ ਤੇ ਕੋਈ ਸਮਾਂ ਮਾੜਾ ਆਉਣ ਵਾਲਾ, ਜਿਸ ਕਰਕੇ ਤੈਨੂੰ ਇਹ ਸੁਪਨੇ ਆਉਂਦੇ ਨੇ। ਤੇ ਕਹਿੰਦੇ ਸਮਾਂ ਮੇਰੇ ਤੋਂ ਕਿਵੇਂ ਕੱਟਿਆ ਜਾਏ? ਕਹਿੰਦੇ ਕੋਈ ਪੂਰਨ ਪੁਰਖ, ਪੂਰਨ ਜੋਤ, ਕੋਈ ਅਵਤਾਰੀ ਪੁਰਸ਼ ਤੁਹਾਡੇ ਲਈ ਜੇ ਜਪ ਤਪ ਕਰੇ, ਸਿਮਰਨ ਕਰੇ, ਤੁਹਾਡੇ ਲਈ ਭਗਤੀ ਕਰੇ, ਤੁਹਾਡੇ ਲਈ ਅਰਦਾਸ ਕਰਦਾ ਹੈ, ਤਾਂ ਹੀ ਤੁਹਾਡਾ ਇਹ ਸਮਾਂ ਟਲ ਸਕਦਾ ਹੈ। ਅਸਲ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ, ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤੱਤੀਆਂ ਤਵੀਆਂ ਤੇ ਬਿਠਾ ਕੇ ਸ਼ਹੀਦ ਕੀਤਾ। ਉਹ ਪਾਪ ਬਹੁਤ ਵੱਡਾ ਕਮਾਇਆ ਹੋਇਆ ਸੀ, ਜਿਹੜਾ ਪਾਪ ਇਹਦੇ ਅੱਗੇ ਆ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕੋਲੇ ਬੇਨਤੀ ਭੇਜੀ ਗਈ ਕਿ ਮਹਾਰਾਜ ਬਾਦਸ਼ਾਹ ਜਹਾਂਗੀਰ ਤੁਹਾਨੂੰ ਯਾਦ ਕਰਦਾ ਹੈ। ਉਹਨੂੰ ਦੱਸਿਆ ਗਿਆ ਕਿ ਪੂਰਨ ਪੁਰਖ ਇਸ ਵੇਲੇ ਜੇ ਕੋਈ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਹੀ ਹਨ। ਇੱਕ ਤਾਂ ਕਹਿਣ ਲੱਗੇ ਕਿ ਉਹਨਾਂ ਨੇ ਫੌਜਾਂ ਬੜੀਆਂ ਰੱਖੀਆਂ ਹੋਈਆਂ ਨੇ ਤੇ ਉਹ ਕਿਤੇ ਹਮਲਾ ਨਾ ਕਰ ਦੇਣ, ਆਪਣੇ ਪਿਤਾ ਦੀ ਮੌਤ ਦਾ ਬਦਲਾ ਨਾ ਲੈਣ, ਜਿਸ ਕਰਕੇ ਇਹ ਚਾਲ ਵੀ ਸੀ ਕਿ ਸਤਿਗੁਰੂ ਨੂੰ ਗਵਾਲੀਅਰ ਦੇ ਕਿਲੇ ਵਿੱਚ ਲੈ ਆਵਾਂਗੇ ਤੇ ਸ਼ਕਤੀ ਸਤਿਗੁਰੂ ਦੀ ਅੱਧੀ ਰਹਿ ਜਾਏਗੀ, ਫੌਜਾਂ ਪਿੱਛੇ ਰਹਿ ਜਾਣਗੀਆਂ, ਕੇਵਲ ਸਤਿਗੁਰੂ ਹੀ ਹੋਣਗੇ, ਤਾਂ ਸਤਿਗੁਰੂ ਨੂੰ ਅਸੀਂ ਕੈਦ ਕਰ ਲਵਾਂਗੇ। ਇਹਦੇ ਅਹਿਲਕਾਰਾਂ ਦੀ ਇਹ ਵਿਚਾਰ ਸੀ। ਜਹਾਂਗੀਰ ਨੂੰ ਨਹੀਂ ਦੱਸਿਆ ਇਹਨੂੰ, ਤੇ ਕੇਵਲ ਇਹੀ ਆਖਿਆ ਕਿ ਤੁਸੀਂ ਸੁਨਾਹ ਘੱਲੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕੋਲੇ, ਤੇ ਤੁਸੀਂ ਉਹਨਾਂ ਨੂੰ ਬੇਨਤੀ ਕਰੋ ਤੁਹਾਡੇ ਲਈ ਆ ਕੇ ਅਰਦਾਸ ਬੇਨਤੀ ਕਰਨ, ਜਪ ਤਪ ਕਰਨ। ਜਦੋਂ ਇਹ ਅਰਦਾਸ ਬੇਨਤੀ ਸੁਣੀ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਅਸੀਂ ਹੁਣ ਜਹਾਂਗੀਰ ਕੋਲੇ ਜਾਵਾਂਗੇ। ਸੰਗਤਾਂ ਨੇ ਮਨਾ ਕੀਤਾ, ਮਹਾਰਾਜ ਜਿਹੜਾ ਪਾਪੀ ਚੰਦੂ ਹੈ, ਚੰਦੂ ਦੀਵਾਨ ਲਾਹੌਰ ਦਾ, ਇਹਨੇ ਆਪ ਜੀ ਦੇ ਪਿਤਾ ਨੂੰ ਵੀ ਇਦਾਂ ਹੀ ਧੋਖੇ ਨਾਲ ਲਿਜਾ ਕੇ ਤੱਤੀਆਂ ਤਵੀਆਂ ਤੇ ਬਿਠਾ ਕੇ ਸ਼ਹੀਦ ਕੀਤਾ ਸੀ, ਤੇ ਮਹਾਰਾਜ ਤੁਹਾਡੇ ਤੇ ਵੀ ਕੋਈ ਇਦਾਂ ਦੀ ਚਾਲ ਨਾ ਚੱਲੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਗੁਰੂ ਨੂੰ ਕੋਈ ਧੋਖਾ ਨਹੀਂ ਦੇ ਸਕਦਾ। ਗੁਰੂ ਅਰਜਨ ਦੇਵ ਮਹਾਰਾਜ ਨੂੰ ਕੋਈ ਧੋਖਾ ਦਿੱਤਾ ਹੈ ਤੇ ਸਤਿਗੁਰੂ ਦਾ ਭਾਣਾ ਸੀ, ਤਾਂ ਸਤਿਗੁਰੂ ਚਾਹੁੰਦੇ ਕੀ ਨਹੀਂ ਕਰ ਸਕਦੇ ਸਨ। ਸਤਿਗੁਰੂ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਸਨ, ਨਹੀਂ ਤੇ ਸਤਿਗੁਰੂ ਕੀ ਨਹੀਂ ਕਰ ਸਕਦੇ ਸਨ। ਨਾ ਉਹ ਮਰੇ ਨਾ ਠਾਗੇ ਜਾਏ, ਜਿਨਕੇ ਰਾਮ ਵਸੇ ਮਨ ਮਾਏ। ਦੁਨੀਆ ਨੂੰ ਲੱਗਦਾ ਇਹਨੂੰ ਠੱਗ ਲਿਆ, ਇਹਦੇ ਤੇ ਅਸੀਂ ਕੋਈ ਚਾਲ ਦਿੱਤੀ, ਇਹਦਾ ਕੋਈ ਬੁਰਾ ਕਰ ਦਿੱਤਾ, ਪਰ ਸਤਿਗੁਰੂ ਕਹਿੰਦੇ ਨੇ ਨਾ ਉਹ ਮਰਦੇ ਨੇ ਤੇ ਨਾ ਹੀ ਠੱਗੇ ਜਾਂਦੇ ਨੇ, ਜਿਨ੍ਹਾਂ ਦੇ ਮਨ ਰਾਮ ਵਸਿਆ। ਨਾ ਉਹ ਮਰਦੇ ਨੇ ਤੇ ਨਾ ਹੀ ਠੱਗੇ ਜਾਂਦੇ ਨੇ, ਜਿਨ੍ਹਾਂ ਦੇ ਮਨ ਰਾਮ ਵਸਿਆ। ਨਾ ਉਹ ਮਰਦੇ ਨੇ ਤੇ ਨਾ ਠੱਗੇ ਜਾਂਦੇ ਨੇ, ਜਿਨ੍ਹਾਂ ਦੇ ਮਨ ਰਾਮ ਵਸਿਆ। ਨਾ ਮਰਦੇ ਨੇ ਤੇ ਨਾ ਠੱਗੇ ਜਾਂਦੇ ਨੇ, ਜਿਨ੍ਹਾਂ ਦੇ ਮਨ ਰਾਮ ਵਸਿਆ। ਨਾ ਉਹ ਮਰਦੇ ਨੇ ਤੇ ਨਾ ਹੀ ਠੱਗੇ ਜਾਂਦੇ, ਜਿਨ੍ਹਾਂ ਦੇ ਮਨ ਰਾਮ ਵਸਿਆ। ਨਾ ਉਹ ਮਰਦੇ ਨੇ ਤੇ ਨਾ ਹੀ ਠੱਗੇ ਜਾਂਦੇ, ਜਿਨ੍ਹਾਂ ਦੇ ਮਨ ਰਾਮ ਵਸਿਆ।
ਮਰਦੇ ਨੇ ਤੇ ਨਾਹੀ ਠੱਗੇ ਜਾਂਦੇ ਨੇ ਜਿਨ੍ਹਾਂ ਦੇ ਮਨ ਰਾਮ ਵਸਿਆ ਨਾਹੀ ਠੱਗੇ ਤੇ ਨਾਹੀ ਠੱਗੇ ਜਾਂਦੇ ਨੇ ਜਿਨ੍ਹਾਂ ਨੇ ਤੇਰਾ ਨਾਮ ਵਸਿਆ ਓ ਜਿਨ੍ਹਾਂ ਦੇ ਮਨ ਦੀ ਸੱਚਾ ਰਾਮ ਵਸਿਆ ਜਿਨ੍ਹਾਂ ਦੇ ਮਨ ਦੀ ਸੱਚਾ ਰਾਮ ਵਸਿਆ ਜਿਨ੍ਹਾਂ ਦੇ ਮਨ ਜੀ ਰਾਮ ਵਸਿਆ ਜਿਨ੍ਹਾਂ ਦੇ ਮਨ ਜੀ ਰਾਮ ਵਸਿਆ ਨਾ ਉਹ ਮਰਦੇ ਨੇ ਤੇ ਨਾ ਹੀ ਠੱਗੇ ਜਾਂਦੇ ਜਿਨ੍ਹਾਂ ਦੇ ਮਨ ਰਾਮ ਵਸਿਆ ਨਾ ਉਹ ਮਰਦੇ ਨੇ ਤੇ ਨਾ ਹੀ ਠੱਗੇ ਜਾਂਦੇ ਜਿਨ੍ਹਾਂ ਦੇ ਮਨ ਰਾਮ ਵਸਿਆ ਠੱਗੇ ਨੇ ਤੇ ਨਾਹੀ ਠੱਗੇ ਜਾਂਦੇ ਨੇ ਜਿਨ੍ਹਾਂ ਦੇ ਮਨ ਰਾਮ ਜਪਿਆ ਨਾਹੀ ਠੱਗੇ ਤੇ ਨਾਹੀ ਠੱਗੇ ਜਾਂਦੇ ਨੇ ਜਿਨ੍ਹਾਂ ਦੇ ਮਨ ਰਾਮ ਜਪਿਆ ਜਿਨ੍ਹਾਂ ਦੇ ਮਨ ਦੀ ਰਾਮ ਵਸਿਆ ਜਿਨ੍ਹਾਂ ਦੇ ਮਨ ਦੀ ਰਾਮ ਵਸਿਆ ਜਿਨ੍ਹਾਂ ਦੇ ਮਨ ਜੀ ਨਾਮ ਜਪਿਆ ਜਿਨ੍ਹਾਂ ਦੇ ਮਨ ਜੀ ਨਾਮ ਰਾਮ ਵਸਿਆ ਜਿਨ੍ਹਾਂ ਨੇ ਤੇਰਾ ਜੀ ਨਾਮ ਜਪਿਆ ਜਿਨ੍ਹਾਂ ਨੇ ਤੇਰਾ ਜੀ ਨਾਮ ਜਪਿਆ ਨਾ ਉਹ ਮਰਦੇ ਨੇ ਤੇ ਨਾ ਹੀ ਠੱਗੇ ਜਾਂਦੇ ਜਿਨ੍ਹਾਂ ਦੇ ਮਨ ਰਾਮ ਵਸਿਆ ਨਾ ਉਹ ਮਰਦੇ ਨੇ ਤੇ ਨਾ ਹੀ ਠੱਗੇ ਜਾਂਦੇ ਨੇ ਜਿਨ੍ਹਾਂ ਦੇ ਮਨ ਰਾਮ ਵਸਿਆ ਨਾ ਮਰਦੇ ਨੇ ਨਾਹੀ ਠੱਗੇ ਜਾਂਦੇ ਨੇ ਜਿਨ੍ਹਾਂ ਦੇ ਮਨ ਰਾਮ ਜਪਿਆ ਠੱਗੇ ਤੇ ਨਾਹੀ ਠੱਗੇ ਜਾਂਦੇ ਨੇ ਜਿਨ੍ਹਾਂ ਦੇ ਮਨ ਰਾਮ ਜਪਿਆ ਨਾ ਉਹ ਮਰੇ ਨਾ ਠਾਗੇ ਜਾਏ ਜਿਨ ਕੈ ਰਾਮ ਵਸੇ ਮਨ ਮਾਇਆ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਰਾਮ ਵਸਿਆ ਹੈ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਉਹ ਤੇ ਚੰਦੂ ਦਾ ਪਾਪ ਸਤਿਗੁਰੂ ਨੇ ਉਹਦਾ ਘੜਾ ਭੰਨਣਾ ਸੀ ਜਿਸ ਕਰਕੇ ਨਹੀਂ ਤੇ ਸਤਿਗੁਰੂ ਨੂੰ ਕੋਈ ਠੱਗ ਨਹੀਂ ਸਕਦਾ ਸਤਿਗੁਰੂ ਨਾਲ ਕੋਈ ਧੋਖਾ ਨਹੀਂ ਕਰ ਸਕਦਾ ਗੁਰੂ ਹਰਗੋਬਿੰਦ ਮਹਾਰਾਜ ਕਹਿਣ ਲੱਗੇ ਤੁਸੀਂ ਫਿਕਰ ਨਾ ਕਰੋ ਚੰਦੂ ਨੂੰ ਅਸੀਂ ਜੁੱਤੀਆਂ ਮਾਰਦੇ ਹੋਏ ਲੈ ਕੇ ਆਵਾਂਗੇ ਉਹਦੇ ਪਾਪਾਂ ਦੀ ਉਹਨੂੰ ਸਜ਼ਾ ਦੇਵਾਂਗੇ ਉਹਨਾਂ ਸਾਡੇ ਪਿਤਾ ਨੂੰ ਸ਼ਹੀਦ ਕੀਤਾ ਉਸ ਗੱਲ ਦੀ ਅਸੀਂ ਉਹਨੂੰ ਤਨਖਾਹ ਲਾਵਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਤਿਆਰ ਹੋਏ ਜਹਾਂਗੀਰ ਬਾਦਸ਼ਾਹ ਨੂੰ ਮਿਲਣ ਜਾਣ ਵਾਸਤੇ ਜਹਾਂਗੀਰ ਬਾਦਸ਼ਾਹ ਕੋਲੇ ਜਦੋਂ ਪਹੁੰਚੇ ਇੱਕ ਤਰਫ ਇਹ ਆਪਣੇ ਮਨੋਂ ਚਾਲ ਚੱਲ ਰਹੇ ਨੇ ਦੂਜੀ ਤਰਫ ਬੇਦ ਬਣੀ ਹੈ ਜਹਾਂਗੀਰ ਦੀ ਤੇ ਤੀਜੀ ਤਰਫ ਉਹ 52 ਰਾਜੇ ਨੇ ਜਿਹੜੇ ਦਿਨ ਰਾਤ ਯਾਦ ਕਰਦੇ ਨੇ ਮਹਾਰਾਜ ਸਾਡੀ ਜੀਵਨ ਇੱਥੇ ਹੀ ਲੰਘ ਜਾਏਗਾ ਅਸੀਂ ਇੱਥੇ ਸੰਗਲ ਬੇੜੀਆਂ ਦੇ ਵਿੱਚ ਵੱਜੇ ਹੱਥ ਪੈਰ ਸਾਡੇ ਇਦਾਂ ਹੀ ਇਹ ਥੰਮਾਂ ਨਾਲ ਵੱਜੇ ਹੀ ਮਹਾਰਾਜ ਅਸੀਂ ਮਰ ਜਾਵਾਂਗੇ ਜੇ ਸਾਡੇ ਤੇ ਇਹ ਪਰਮੇਸ਼ਰ ਅਕਾਲ ਪੁਰਖ ਕਿਰਪਾ ਨਾ ਕੀਤੀ ਤੇ ਤੁਸੀਂ ਮਹਾਰਾਜ ਬਾਬਰ ਦੀਆਂ ਜੇਲ੍ਹਾਂ ਵਿੱਚ ਵੀ ਗਏ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਬਰ ਦੀਆਂ ਜੇਲ੍ਹਾਂ ਵਿੱਚ ਜਾ ਕੇ ਉੱਥੇ ਬੰਦੀ ਜਿਹੜੇ ਕੈਦੀ ਸਨ ਉਹਨਾਂ ਨੂੰ ਛਡਾਏ ਸਾਧੂ ਸੰਤਾਂ ਨੂੰ ਕੈਦ ਕੀਤਾ ਸੀ ਬਾਬਰ ਬਾਦਸ਼ਾਹ ਨੇ ਹਿੰਦੂ ਸੰਤਾਂ ਨੂੰ ਉਹਨਾਂ ਨੂੰ ਛਡਾਇਆ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਆਪ ਕੈਦੀਆਂ ਦੀ ਕੈਦ ਕੱਟਣੇ ਨੂੰ ਆਪ ਕੈਦੀ ਹੋਇਆ ਗੁਰੂ ਨਾਨਕ ਮਲਾਹ ਸੱਚਾ ਕੈਦੀਆਂ ਦੀ ਕੈਦ ਕੱਟਣ ਵਾਸਤੇ ਆਪ ਕੈਦੀ ਬਣੇ ਗੁਰੂ ਨਾਨਕ ਮਹਾਰਾਜ ਇੰਨੇ ਦੀਨ ਦਿਆਲੂ ਤੇ ਆਪ ਵੀ ਕਿਰਪਾ ਕਰਕੇ ਆਓ ਸਾਡੀ ਆ ਕੇ ਕੈਦ ਕੱਟਣਾ ਕਰੋ ਸਤਿਗੁਰੂ ਜਹਾਂਗੀਰ ਬਾਦਸ਼ਾਹ ਨੂੰ ਮਿਲੇ ਕਹਿਣ ਲੱਗੇ ਸਾਨੂੰ ਖੁੱਲੀ ਜਗ੍ਹਾ ਚਾਹੀਦੀ ਹੈ ਜਿੱਥੇ ਅਸੀਂ ਰਹਾਂਗੇ ਜਿੱਥੇ ਅਸੀਂ ਜਪ ਤਪ ਕੀਰਤਨ ਕਥਾ ਦਾ ਪ੍ਰਵਾਹ ਚਲਾਵਾਂਗੇ ਸਤਿਗੁਰੂ ਦਾ ਭਾਵ ਇਹੀ ਸੀ ਕਿ ਅਸੀਂ ਗਵਾਲੀਅਰ ਦੇ ਕਿਲੇ ਵਿੱਚ ਠਹਿਰਾ ਕਰਨਾ ਹੈ ਕਿਉਂਕਿ ਬਹਾਨਾ ਸੀ ਵਿਧੀ ਬਣਾਉਣੀ ਸੀ ਉਹਨਾਂ ਨੂੰ ਤਾਰਨ ਵਾਸਤੇ ਕਹਿਣ ਲੱਗਾ ਮਹਾਰਾਜ ਫਿਰ ਖੁੱਲੀ ਜਗ੍ਹਾ ਤੇ ਗਵਾਲੀਅਰ ਦਾ ਕਿਲਾ ਹੈ ਆਪ ਮਹਾਰਾਜ ਉਹਦੇ ਵਿੱਚ ਜਾ ਕੇ ਬਿਰਾਜਮਾਨ ਹੋ ਜੋ ਰਸਤ ਚਾਹੀਦੀ ਹੈ ਜੋ ਸਮਾਨ ਚਾਹੀਦਾ ਸੀ ਉੱਥੇ ਪਹੁੰਚਾਵਾਂਗੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਗਵਾਲੀਅਰ ਦੇ ਕਿਲੇ ਵਿੱਚ ਵਿਰਾਜੇ ਜਾ ਕੇ
ਇਤਿਹਾਸ ਆਪ ਸਾਰੇ ਜਾਣਦੇ ਹੋ। ਇੱਥੇ ਸਤਿਗੁਰੂ ਨੇ ਕਾਫੀ ਸਮਾਂ ਕਹਿ ਕੇ ਤੇ 40 ਦਿਨ ਦਾ ਆਏ ਸਨ ਸਤਿਗੁਰੂ ਕਿ 40 ਦਿਨਾਂ 'ਚ ਅਸੀਂ ਮੁੜਾਂਗੇ। 40 ਦਿਨ ਦਾ ਹੀ ਜਹਾਂਗੀਰ ਨੇ ਕਿਹਾ ਸੀ, ਪਰ ਸਤਿਗੁਰੂ ਦੀ ਸੇਵਾ ਵੀ ਕਰਨ ਲੱਗਾ। ਇਹਦਾ ਜਿਹੜਾ ਸਰੀਰ ਸੀ ਅਰੋਗ ਹੋ ਗਿਆ, ਸੁਪਨੇ ਮਾੜੇ, ਖਿਆਲ ਮਾੜੇ ਆਉਣੇ ਉਹ ਬੰਦ ਹੋ ਗਏ। ਸੁਪਨਿਆਂ ਵਿੱਚ ਜਾਪਦਾ ਸੀ ਕਿਸੇ ਸ਼ੇਰ ਨੇ ਆ ਕੇ ਮੇਰੇ ਤੇ ਹਮਲਾ ਕਰ ਦਿੱਤਾ, ਕਿਉਂਕਿ ਪਾਪ ਹੋਇਆ ਸੀ ਇਹਦੇ ਰਾਜ ਵਿੱਚ। ਜਿਹਦੇ ਰਾਜ ਵਿੱਚ ਪਾਪ ਹੋਇਆ ਹੋਵੇ ਉਹਨੂੰ ਸਜ਼ਾ ਮਿਲਦੀ, ਉਹਦਾ ਰਾਜ ਜਿਹੜਾ ਖਤਮ ਹੋ ਜਾਂਦਾ। ਭਾਵੇਂ ਚੰਦੂ ਦੀਵਾਨ ਨੇ ਸਭ ਕੁਝ ਕੀਤਾ ਸੀ, ਪਰ ਰਾਜ ਉਸ ਵੇਲੇ ਜਹਾਂਗੀਰ ਦਾ ਸੀ। ਤੇ ਇਹਦੇ ਵਡੇਰਿਆਂ ਵੱਡਿਆਂ ਨੂੰ ਰਾਜ ਗੁਰਾਂ ਦੀ ਕਿਰਪਾ ਨਾਲ ਮਿਲਿਆ ਸੀ। ਇਸ ਲਈ ਉਸ ਕਿਰਪਾ ਦੇ ਸਦਕਾ ਸਤਿਗੁਰੂ ਇਹਦੇ ਕੋਲ ਚੱਲ ਕੇ ਆਏ ਨੇ। 40 ਦਿਨ ਦਾ ਸਮਾਂ ਬੀਤ ਗਿਆ, ਠੀਕ ਹੋ ਗਿਆ ਸਤਿਗੁਰੂ। ਠੀਕ ਤੇ ਸਤਿਗੁਰੂ ਦੇ ਆਉਣ ਨਾਲ ਹੀ ਹੋ ਗਿਆ ਸੀ। 40 ਦਿਨਾਂ ਬਾਅਦ ਵੀ ਸਤਿਗੁਰੂ ਆਪਣੇ ਰੰਗ ਵਿੱਚ ਰੰਗੇ ਗਏ। ਬੁਲਾਇਆ, ਕਹਿਣ ਲੱਗੇ ਜੀ ਇਹ ਜਿਹੜੇ ਕੈਦੀ ਹਨ, ਸਤਿਗੁਰੂ ਨੂੰ ਬੇਨਤੀ ਕਰਨ ਲੱਗੇ, ਮਹਾਰਾਜ ਹੁਣ ਕਿਰਪਾ ਕਰੋ, ਤੁਹਾਡੇ ਆਉਣ ਦੇ ਨਾਲ ਸਾਡੇ ਹੱਥ ਤੇ ਖੋਲ ਦਿੱਤੇ ਨੇ, ਪਰ ਸਾਡੇ ਮਹਾਰਾਜ ਪੈਰ ਵੀ ਖਲਵਾਓ। ਅਸੀਂ ਜਿੱਥੇ ਜਿੱਥੇ ਬਹਿ ਜਾਂਦੇ ਆ ਉੱਥੇ ਕੀਰਤਨ ਸੁਣਦੇ ਆ। ਜੇ ਸਾਡੇ ਪੈਰਾਂ ਦੀਆਂ ਜੰਜੀਰੀਆਂ ਵੀ ਕੱਟੀਆਂ ਜਾਣ ਤੇ ਮਹਾਰਾਜ ਅਸੀਂ ਆਪ ਜੀ ਦੀ ਸੇਵਾ ਕਰੀਏ, ਆਪ ਜੀ ਦੀ ਸੰਗਤ ਦੀ ਸੇਵਾ ਕਰੀਏ, ਤੁਹਾਡੇ ਚਰਨਾਂ ਦੀ ਸੇਵਾ ਕਰੀਏ, ਤੁਹਾਡੇ ਉੱਪਰ ਚੌਰ ਕਰੀਏ। ਸਤਿਗੁਰੂ ਨੇ ਜਹਾਂਗੀਰ ਨੂੰ ਬੁਲਾਇਆ, ਕਹਿਣ ਲੱਗੇ ਇਹਨਾਂ ਦੀਆਂ ਪੈਰਾਂ ਦੀਆਂ ਬੇੜੀਆਂ ਵੀ ਕੱਟ ਦਿਓ। ਕਹਿਣ ਲੱਗਾ ਜੀ ਮੈਂ ਬੜੇ ਯੁੱਧ ਕਰਕੇ ਇਹਨਾਂ ਰਾਜਿਆਂ ਨੂੰ ਕੈਦ ਕੀਤਾ ਹੈ। ਸਤਿਗੁਰੂ ਕਹਿਣ ਲੱਗੇ ਇਹਨਾਂ ਤੇ ਹੁਣ ਅਸੀਂ ਆਪ ਦੀ ਪ੍ਰੇਮ ਦੀ ਜੰਜੀਰੀ ਪਾ ਲਈ ਹੈ। ਹਮ ਪ੍ਰੇਮ ਬੰਧਨ ਤੁਮ ਬਾਂਧੇ। ਹੁਣ ਇਹ ਕਿਤੇ ਨਹੀਂ ਭੱਜ ਸਕਦੇ, ਕਿਤੇ ਨਹੀਂ ਜਾ ਸਕਦੇ। ਸਤਿਗੁਰੂ ਨੇ ਉਹਨੂੰ ਛਡਾ ਦਿੱਤਾ। ਉਹਨਾਂ ਨੂੰ ਸੇਵਾ ਵਿੱਚ ਲਾਇਆ। ਜਿਨ੍ਹਾਂ ਨੂੰ ਭੁੱਖੇ ਰਹਿੰਦੇ ਸਨ, ਪ੍ਰਸ਼ਾਦਾ ਨਹੀਂ ਮਿਲਦਾ, ਸਤਿਗੁਰੂ ਨੇ ਉਹਨਾਂ ਨੂੰ ਰਜਵਾ ਪ੍ਰਸ਼ਾਦਾ ਦਿੱਤਾ। ਆਪਣੇ ਚਰਨੀ ਲਾਇਆ, ਕਥਾ ਕੀਰਤਨ ਦੇ ਵਿੱਚ ਜੁੜਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਿਹਾਲ ਕਰਤਾ। ਦੂਜੀ ਤਰਫ ਸੰਗਤਾਂ ਕਹਿਣ ਲੱਗੀਆਂ ਕਿ ਇੰਨੇ ਚਿਰ ਦੇ ਸਤਿਗੁਰੂ ਗਏ ਨੇ, ਹਾਲੇ ਤੱਕ ਆਏ ਨਹੀਂ। ਕਿੰਨੇ ਦਿਨ ਬੀਤ ਗਏ ਨੇ, 2 ਮਹੀਨੇ ਦੇ ਕਰੀਬ ਸਮਾਂ ਹੋ ਗਿਆ, ਜਾ ਕੇ ਖਬਰ ਲਈਏ। ਜਹਾਂਗੀਰ ਕਹਿਣ ਲੱਗਾ ਕਿ ਹੁਣ ਚੰਦੂ ਨੇ ਆਖਿਆ ਮਹਾਰਾਜ ਹੁਣ ਸਤਿਗੁਰੂ ਨੂੰ ਅੰਦਰ ਹੀ ਰਹਿਣ ਦਿਓ। ਇਹਨਾਂ ਸਾਧੂ ਸੰਤਾਂ ਨੇ ਕਥਾ ਕੀਰਤਨ ਕਰਨਾ ਕਰੀ ਜਾ ਰਹੇ ਨੇ। ਬਾਹਰ ਨਿਕਲੇ ਤੇ ਇਹਨਾਂ ਦੇ ਕੋਲ ਬੜੀ ਫੌਜ ਹੈ, ਕਿਤੇ ਸਾਡੇ ਤੇ ਹਮਲਾ ਨਾ ਕਰ ਦੇਣ। ਜਹਾਂਗੀਰ ਇਹਨਾਂ ਦੀਆਂ ਗੱਲਾਂ ਵਿੱਚ ਆ ਗਿਆ ਤੇ ਇਹਨੇ ਵੀ ਮਨ ਵਿੱਚ ਆਖਿਆ ਚਲੋ ਠੀਕ ਹੈ, ਸਤਿਗੁਰੂ ਅੰਦਰ ਨੇ ਤੇ ਅੰਦਰ ਹੀ ਕੈਦ ਰੱਖਦੇ। ਪਰ ਇਹ ਨਹੀਂ ਜਾਣਦਾ ਕਿ ਸਤਿਗੁਰੂ ਨੂੰ ਕੋਈ ਕੈਦ ਨਹੀਂ ਕਰ ਸਕਦਾ। ਸੰਗਤਾਂ ਆਉਣ ਲੱਗੀਆਂ, ਗੁਰੂ ਸਾਹਿਬ ਦੀ ਪਰਿਕਰਮਾ ਕਰਦੀਆਂ ਸਨ। ਹੁਣ ਪੂਰੇ ਕਿਲੇ ਦੀ ਪਰਿਕਰਮਾ ਕਰਨ ਲੱਗੀਆਂ, ਕੰਧਾਂ ਨੂੰ ਚੁੰਮਣ ਲੱਗੀਆਂ, ਮੱਥਾ ਟੇਕਣ ਲੱਗੀਆਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦਿਦਾਰਿਆਂ ਵਾਸਤੇ ਦਰਸ਼ਨ ਸਤਿਗੁਰੂ ਤੇਰਾ ਜੀ ਮੈਂ ਦੇਖ ਦੇਖ ਜੀਵਾਂ, ਜਿਤ ਦਰਸ਼ਨ ਹੋਵੇ ਤੇਰਾ ਸੋਈ ਵੇਲਾ ਧੰਨ ਗੁਰੂ ਜੀ। ਸਤਿਗੁਰੂ ਨੂੰ ਯਾਦ ਕਰਨ ਲੱਗੇ, ਮਹਾਰਾਜ ਸਾਨੂੰ ਦਰਸ਼ਨ ਦਿਦਾਰੇ ਬਖਸ਼ੀਸ਼ ਕਰੋ। ਹੁਣ ਸਤਿਗੁਰੂ ਮਹਾਰਾਜ ਜੀ ਨੇ ਜਹਾਂਗੀਰ ਨੂੰ ਸੁਨਾ ਘੱਲਿਆ ਕਿ हे ਜਹਾਂਗੀਰ ਰਾਜੇ, ਤੇਰਾ ਕਾਰਜ ਹੋ ਗਿਆ ਹੈ, ਹੁਣ ਅਸੀਂ ਇੱਥੋਂ ਜਾਣਾ ਹੈ। ਇਹ ਆਲੇ ਟਾਲੇ ਕਰ ਦਿੰਦਾ ਕਿ ਮਹਾਰਾਜ ਤੁਸੀਂ ਆਨੰਦ ਵਿੱਚ ਹੋ, ਜੋ ਤੁਹਾਨੂੰ ਚਾਹੀਦਾ ਮੈਂ ਤੁਹਾਨੂੰ ਇੱਥੇ ਦੇਵਾਂਗਾ, ਜੋ ਤੁਹਾਨੂੰ ਚਾਹੀਦਾ ਇੱਥੇ ਤੁਹਾਨੂੰ ਦੇਵਾਂਗੇ, ਮਹਾਰਾਜ ਤੁਸੀਂ ਇੱਥੇ ਹੀ ਰਹੋ। ਪਰ ਜਿਹੜੀ ਚਾਲ ਹੈ ਉਹ ਚੰਦੂ ਦੀ ਹੈ। ਉਹੀ ਰਾਜੇ ਨੂੰ ਸਮਝਾਉਂਦਾ ਹੈ ਕਿ ਇਦਾਂ ਇਦਾਂ ਕਰੋ। ਬੜੀਆਂ ਕੋਸ਼ਿਸ਼ਾਂ ਕੀਤੀਆਂ ਸਤਿਗੁਰੂ ਨੂੰ ਮਰਵਾਉਣ ਦੀਆਂ ਵੀ, ਪਰ ਸਤਿਗੁਰੂ ਜੀ ਤਾਤੀ ਬਾਉ ਨਾ ਲੱਗੇ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਈ। ਇਹ ਅੱਜ ਹੀ ਨਹੀਂ ਹੋਣ ਲੱਗਾ ਕਿ ਇਦਾਂ ਕਰ ਦੋ ਕਿਸੇ ਤੇ, ਕਿਸੇ ਤੇ ਇਦਾਂ ਕਰ ਦੋ। ਇਹ ਗੁਰੂਆਂ ਤੇ ਹੁੰਦਾ ਰਿਹਾ। ਚੋਲਾ ਬਣਾਇਆ ਸਤਿਗੁਰੂ ਵਾਸਤੇ, ਚੋਲਾ ਬਣਾਇਆ ਜਿਹਦੇ ਵਿੱਚ ਜ਼ਹਿਰ ਦੀ ਪਾਣ ਦਿੱਤੀ, ਚੋਲੇ ਨੂੰ ਜ਼ਹਿਰ ਦੇ ਵਿੱਚ ਭਿਉਂ ਦਿੱਤਾ, ਫਿਰ ਇਹਨੂੰ ਸੁਕਾਇਆ ਤੇ ਉਹ ਸਤਿਗੁਰੂ ਵਾਸਤੇ ਅੰਦਰ ਘੱਲਿਆ। ਕਹਿਣ ਲੱਗੇ ਕਿ ਇਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਸੰਗਤ ਦੇ ਕੇ ਗਈ ਹੈ, ਚੋਲਾ ਪਵਾ ਦੇਣਾ। ਉਹ ਜ਼ਹਿਰ ਐਸਾ ਸੀ ਕਿ ਉਹ ਕੱਪੜੇ ਨੂੰ ਜੇ ਕੋਈ ਪਾ ਲੇ ਤੇ ਰੋਮਾਂ ਦੇ ਰਾਹੀਂ, ਸਰੀਰ ਦੇ ਰਾਹੀਂ ਉਹ ਜ਼ਹਿਰ ਜਿਹੜਾ ਉਹ ਅੰਦਰ ਚਲੇ ਜਾਏਗਾ ਤੇ ਉਹ ਕੱਪੜੇ ਨੂੰ ਪਾਉਣ ਵਾਲਾ ਬਚੇਗਾ ਨਹੀਂ। ਪਰ ਸਤਿਗੁਰੂ ਦੇ ਕਹਿਣ ਲੱਗੇ ਅਸੀਂ ਕੋਈ ਚੋਲਾ ਨਹੀਂ ਪਾਉਣਾ, ਅਸੀਂ ਕੋਲ ਜੋ ਹੈ ਸਾਡੇ ਕੋਲੇ ਉਹ ਹੈ। ਜੇ ਅਸੀਂ ਚੋਲਾ ਪਾਉਣਾ ਹੋਏਗਾ ਅਸੀਂ ਆਪਣੇ ਆਪ ਤਿਆਰ ਕਰਵਾਵਾਂਗੇ।
ਇਹ ਚੰਦੂ ਦੀ ਚਾਲ ਸੀ, ਪਰ ਸਤਿਗੁਰੂ ਉੱਪਰ ਕੋਈ ਚਾਲ ਨਹੀਂ ਚੱਲੀ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤੇ ਸੀਹੇ ਮਸੰਦ ਵਰਗਿਆਂ ਨੇ ਗੋਲੀਆਂ ਤੱਕ ਚਲਾਈਆਂ। ਇਹੋ ਜਿਹੇ ਸਮੇਂ ਸਾਡੇ ਗੁਰਾਂ ਨੇ ਝੱਲੇ ਨੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ 14 ਜੰਗਾਂ ਲੜੀਆਂ। ਸਾਰੀਆਂ ਜੰਗ ਯੁੱਧ ਛੱਡ ਕੇ 41 ਸਾਲ ਦੀ ਉਮਰ ਦੇ ਵਿੱਚ ਹਜੂਰ ਸਾਹਿਬ ਨੰਦੇੜ ਦੀ ਧਰਤੀ ਤੇ ਪਹੁੰਚ ਗਏ। ਤੇ ਜ਼ਾਲਮਾਂ ਨੇ ਦੇਖ ਲਓ ਫਿਰ ਵੀ ਪਿੱਛਾ ਨਹੀਂ ਛੱਡਿਆ। ਫਿਰ ਵੀ ਸਤਿਗੁਰੂ ਦਾ ਪਿੱਛਾ ਕਰਦੇ ਕਰਦੇ ਉੱਥੇ ਦੱਖਣ ਦੀ ਧਰਤੀ ਤੇ ਪਹੁੰਚੇ ਹਜੂਰ ਸਾਹਿਬ ਨੰਦੇੜ। ਤੇ ਸੁੱਤੇ ਹੋਏ ਗੁਰੂ ਗੋਬਿੰਦ ਸਿੰਘ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਿੱਠ ਵੱਲੋਂ ਵੱਖੀ ਵਿੱਚ ਵੈਰ ਕੀਤਾ। ਇਹ ਵੈਰ ਈਰਖਾ ਏਡੀ ਵੱਡੀ ਤੇ ਘਾਤਕ ਚੀਜ਼ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਸੇ ਦਾ ਕੀ ਵਿਗਾੜਿਆ ਸੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਜੰਗ ਯੁੱਧ ਨਿਪਟਾ ਕੇ ਦੱਖਣ ਦੇ ਇਲਾਕੇ ਵਿੱਚ ਪਹੁੰਚੇ। ਕਿੰਨੀ ਦੂਰ, ਪੰਜਾਬ ਤੋਂ, ਲਾਹੌਰ ਤੋਂ, ਪਾਕਿਸਤਾਨ ਤੋਂ, ਪਰ ਉੱਥੋਂ ਤੱਕ ਪਿੱਛਾ ਕਰਕੇ ਸਤਿਗੁਰੂ ਦੀ ਵੱਖੀ ਦੇ ਵਿੱਚ ਵਾਰ ਕਰਕੇ ਸਤਿਗੁਰੂ ਨੂੰ ਘਾਇਲ ਕੀਤਾ, ਜੋ ਸਤਿਗੁਰੂ ਜੀ ਦੇ ਮਹਾਰਾਜ ਜੀ ਦੇ ਅੰਤਮ ਵਿਦਾਈ ਦਾ ਕਾਰਨ ਵੀ ਬਣਿਆ। ਹਾਲਾਂਕਿ ਸਤਿਗੁਰੂ ਕਾਲ ਤੋਂ ਬਾਹਰੇ ਨੇ, ਇੱਕ ਸਤਿਗੁਰੂ ਦਾ ਚੋਜ ਸੀ, ਪਰ ਸਤਿਗੁਰੂ ਨੇ ਦਿਖਾਇਆ ਹੈ, ਦੱਸਿਆ ਹੈ ਆਪਣੇ ਸਰੀਰ ਉੱਪਰ ਝੱਲ ਕੇ ਕਿ ਇਸ ਤਰੀਕੇ ਦੇ ਨਾਲ ਸੰਸਾਰ ਉੱਪਰ ਆਪਣੇ ਜੀਵਨ ਵਿੱਚ ਸੰਘਰਸ਼ ਕਰਨਾ ਹੈ। ਸੰਘਰਸ਼ ਹੀ ਜੀਵਨ ਹੈ। ਜਿਵੇਂ ਜਿਵੇਂ ਆਪਾਂ ਸੰਘਰਸ਼ ਕਰਦੇ ਆਂ, ਜੀਵਨ ਦੇ ਦੁੱਖਾਂ ਦੇ ਨਾਲ ਲੜਦੇ ਆਂ, ਤਿਉਂ ਸਾਡਾ ਜਿਹੜਾ ਮਨ ਹੈ ਉਹ ਬਲਵਾਨ ਹੁੰਦਾ ਹੈ। ਮਨ ਕਮਜ਼ੋਰ ਨਹੀਂ ਰਹਿੰਦਾ, ਮਨ ਬਲਵਾਨ ਹੋ ਜਾਂਦਾ ਹੈ। ਫਿਰ ਉਸੇ ਤਰੀਕੇ ਨਾਲ ਹੀ ਸੁਭਾਅ ਬਣ ਜਾਂਦਾ ਹੈ। ਫਿਰ ਦੁੱਖ ਨਹੀਂ ਲੱਗਦੇ। ਹੁਣ ਨਿੱਕਾ ਜਿਹਾ ਦੁੱਖ ਸਾਨੂੰ ਡਰਾ ਦਿੰਦਾ ਹੈ, ਫਿਰ ਵੱਡੇ ਵੱਡੇ ਦੁੱਖਾਂ ਨੂੰ ਵੀ ਅਸੀਂ ਲੰਘ ਜਾਂਦੇ ਹਾਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਸੁਖ ਸੰਦੇਹ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੇ। ਇਸ ਅਵਸਥਾ ਵਿੱਚ ਸਿੱਖ ਜਿਹੜਾ ਹੈ ਉਹ ਪਹੁੰਚ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜਦੋਂ ਇਹਨੇ ਮਨ ਵਿੱਚ ਬਦਲ ਲਈ ਗੱਲ ਕਿ ਸਤਿਗੁਰੂ ਨੂੰ ਹੁਣ ਕਿਲੇ ਚੋਂ ਬਾਹਰ ਨਹੀਂ ਕੱਢਣਾ, ਅੰਦਰ ਹੀ ਰਹਿਣ ਦੇਣਾ, ਹੁਣ ਕੀ ਹੋਇਆ ਕਿ ਇਹਦੇ ਨਾਲ ਉਹੀ ਕੰਮ ਫਿਰ ਤੋਂ ਸ਼ੁਰੂ ਹੋ ਗਿਆ। ਡਰਾਉਣੇ ਸੁਪਨੇ ਆਉਣ ਲੱਗੇ। ਸੁਪਨੇ ਵਿੱਚ ਦੇਖਦਾ ਮੈਨੂੰ ਸ਼ੇਰ ਨੇ ਆ ਕੇ ਦੱਬ ਲਿਆ, ਮੇਰੇ ਤੇ ਕਿਸੇ ਨੇ ਵਾਰ ਕਰ ਦਿੱਤਾ, ਮੈਨੂੰ ਕਿਸੇ ਨੇ ਮਾਰ ਦਿੱਤਾ, ਮੇਰਾ ਆਹ ਬੁਰਾ ਹੋ ਗਿਆ। ਕਹਿੰਦੇ ਜਿੱਦਾਂ ਦਾ ਸਮਾਂ ਹੋਵੇ ਉਦਾਂ ਦਾ ਸਮਾਂ ਸੁਪਨੇ ਵਿੱਚ ਦਿਸਣ ਲੱਗ ਜਾਂਦਾ। ਜੇ ਤੁਹਾਨੂੰ ਸੁਪਨੇ ਮਾੜੇ ਆਉਣ ਤਾਂ ਸਮਝ ਲਓ ਮਾੜਾ ਸਮਾਂ ਤੁਹਾਡਾ ਨੇੜੇ ਹੀ ਹੈ। ਤੇ ਜੇ ਸੁਪਨੇ ਵਿੱਚ ਮਹਾਂਪੁਰਸ਼ਾਂ ਸਤਿਪੁਰਸ਼ਾਂ ਦੇ ਦਰਸ਼ਨ ਹੋਣ, ਕਦੇ ਸੰਗਤ ਵਿੱਚ ਬੈਠਿਆਂ ਦੇ ਦਰਸ਼ਨ ਹੋਣ, ਕਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੋਣ, ਕਦੇ ਨਾਮ ਪਾਠ ਜਪਦਿਆਂ ਦੇ ਮਨ ਵਿੱਚ ਖਿਆਲ ਆਉਣ, ਤੇ ਸਮਝ ਲਓ ਸਮਾਂ ਚੰਗਾ ਹੈ। ਫਿਰ ਸਮਝ ਲਓ ਕਿ ਸਾਡੇ ਤੇ ਕੋਈ ਭਲਾ ਸਮਾਂ ਆਉਣ ਵਾਲਾ ਹੈ। ਜਿੱਦਾਂ ਦੇ ਜੇ ਬੱਦਲ ਬਣੇ ਨੇ ਤੇ ਬਾਰਿਸ਼ ਵੀ ਹੋਏਗੀ। ਜੇ ਖਿਆਲ ਚੰਗੇ ਆਉਣ ਲੱਗ ਜਾਣ ਤਾਂ ਫਿਰ ਸਮਾਂ ਵੀ ਸਤਿਗੁਰੂ ਕਹਿੰਦੇ ਨੇ ਚੰਗਾ ਆਏਗਾ। ਦੂਜਾ ਸਤਿਗੁਰੂ ਕਹਿੰਦੇ ਨੇ ਜੇ ਤੈਨੂੰ ਮਹਾਂਪੁਰਸ਼ ਸਤਿਪੁਰਸ਼ਾਂ ਦੇ ਦਰਸ਼ਨ ਹੋ ਜਾਣ, ਜੇ ਤੈਨੂੰ ਗੁਰੂ ਪੀਰ ਮਹਾਂਪੁਰਸ਼ ਮਿਲ ਜਾਣ, ਸੰਤ ਜਨ ਮਿਲ ਜਾਣ, ਉਹਨਾਂ ਦੀ ਸੰਗਤ ਮਿਲ ਜਾਏ, ਫਿਰ ਵੀ ਕਹਿੰਦੇ ਸਮਝ ਲਈ ਤੇਰੇ ਤੇ ਸਮਾਂ ਜਿਹੜਾ ਹੈ ਉਹ ਚੰਗਾ ਆਉਣ ਵਾਲਾ ਹੈ, ਤੇਰੇ ਤੇ ਭਲੇ ਵਾਲਾ ਸਮਾਂ ਆਉਣ ਵਾਲਾ ਹੈ। ਫਿਰ ਤਾਂ ਭਲੇ ਹੀ ਭਲੇ ਦਿਨ ਆਏ, ਮੇਲਾ ਹੋਇਆ ਸਾਧੂਆਂ ਦਾ। ਫਿਰ ਤਾਂ ਭਲੇ ਹੀ ਭਲੇ ਦਿਨ ਆਏ, ਮੇਲਾ ਹੋਇਆ ਸਾਧੂਆਂ ਦਾ। ਫਿਰ ਤਾਂ ਭਲੇ ਹੀ ਭਲੇ ਦਿਨ ਆਏ, ਮੇਲਾ ਹੋਇਆ ਸਾਧੂਆਂ ਦਾ। ਫਿਰ ਤਾਂ ਭਲੇ ਹੀ ਭਲੇ ਦਿਨ ਆਏ, ਮੇਲਾ ਹੋਇਆ ਸਾਧੂਆਂ ਦਾ। ਫਿਰ ਤਾਂ ਭਲੇ ਹੀ ਭਲੇ ਦਿਨ ਆਏ, ਮੇਲਾ ਹੋਇਆ ਸਾਧੂਆਂ ਦਾ। ਫਿਰ ਤਾਂ ਭਲੇ ਹੀ ਭਲੇ ਦਿਨ ਆਏ, ਮੇਲਾ ਹੋਇਆ ਸਾਧੂਆਂ ਦਾ। ਮੇਲਾ ਹੋਇਆ ਜੀ ਤੇਰੇ ਸਾਧੂਆਂ ਦਾ, ਮੇਲਾ ਹੋਇਆ ਜੀ ਤੇਰੇ ਸਾਧੂਆਂ ਦਾ। ਮੇਲਾ ਹੋਇਆ ਜੀ ਸਾਧੂਆਂ ਦਾ, ਮੇਲਾ ਹੋਇਆ ਜੀ ਸਾਧੂਆਂ ਦਾ। ਮੇਲਾ ਹੋਇਆ ਜੀ ਸਾਧੂਆਂ ਦਾ, ਮੇਲਾ ਹੋਇਆ ਜੀ ਸਾਧੂਆਂ ਦਾ। ਫਿਰ ਤਾਂ
ਭਲੇ ਹੀ ਭਲੇ ਦਿਨ ਆਏ, ਮੇਲਾ ਹੋਇਆ ਪਿਆਰਿਆਂ ਦਾ। ਫਿਰ ਤਾਂ ਭਲੇ ਹੀ ਭਲੇ ਦਿਨ ਆਏ, ਮੇਲਾ ਹੋਇਆ ਪਿਆਰਿਆਂ ਦਾ। ਤਾਂ ਭਲੇ ਹੀ ਭਲੇ ਦਿਨ ਆਏ, ਮੇਲਾ ਹੋਇਆ ਸਾਧੂਆਂ ਦਾ। ਭਲੇ ਹੀ ਭਲੇ ਦਿਨ ਆਏ, ਮੇਲਾ ਹੋਇਆ ਸਾਧੂਆਂ ਦਾ। ਮੇਲਾ ਹੋਇਆ ਜੀ ਤੇਰੇ ਸਾਧੂਆਂ ਦਾ, ਮੇਲਾ ਹੋਇਆ ਜੀ ਤੇਰੇ ਪਿਆਰਿਆਂ ਦਾ। ਮੇਲਾ ਹੋਇਆ ਜੀ ਤੇਰੇ ਸਾਧੂਆਂ ਦਾ। ਮੇਲਾ ਹੋਇਆ ਜੀ ਤੇਰੇ ਸਾਧੂਆਂ ਦਾ। ਫਿਰ ਤਾਂ ਭਲੇ ਹੀ ਭਲੇ ਦਿਨ ਆਏ, ਭਲੇ ਦਿਨ ਆਏ, ਮੇਲਾ ਹੋਇਆ ਸਾਧੂਆਂ ਦਾ। ਫਿਰ ਤਾਂ ਭਲੇ ਹੀ ਭਲੇ ਦਿਨ ਆਏ ਜੀ, ਮੇਲਾ ਹੋਇਆ ਸਾਧੂਆਂ ਦਾ। ਭਲੇ ਹੀ ਭਲੇ ਦਿਨ ਆਏ, ਮੇਲਾ ਹੋਇਆ ਸਾਧੂਆਂ ਦਾ। ਫਿਰ ਤਾਂ ਭਲੇ ਹੀ ਭਲੇ ਦਿਨ ਆਏ, ਮੇਲਾ ਹੋਇਆ ਸਾਧੂਆਂ ਦਾ। ਭਲੇ ਦਿਨ ਭਲੇ ਸੰਜੋਗ, ਜਿਤ ਭੇਟੇ ਪਾਰ ਬ੍ਰਹਮ ਨਿਰਜੋਗ। ਗੁਰਬਾਣੀ ਵਿੱਚ ਬੜੀ ਵਾਰ ਆਉਂਦਾ ਹੈ ਕਿ ਗੁਰੂ ਸਾਧੂ ਸੰਤ ਮਹਾਂਪੁਰਸ਼ਾਂ ਦਾ, ਸਤ ਸੰਗਤੀਆਂ ਦਾ ਮੇਲਾ ਜਿਹੜਾ ਹੈ ਉਹ ਸਾਡੇ ਕਰਮਾਂ ਨੂੰ, ਭਾਗਾਂ ਨੂੰ ਜਗਾ ਦਿੰਦਾ ਹੈ, ਸਾਡੇ ਕਰਮਾਂ ਨੂੰ ਚੰਗੇ ਤਰਫ ਤੋਰ ਦਿੰਦਾ ਹੈ, ਚੰਗੇ ਵੱਲ ਤੋਰ ਦਿੰਦਾ ਹੈ। ਹੁਣ ਇਹਨੂੰ ਉਹੀ ਦੁੱਖ ਫਿਰ ਤੋਂ ਲੱਗਾ। ਸੁਪਨੇ ਦੇ ਵਿੱਚ ਇਦਾਂ ਜਾਪਦਾ ਹੈ ਕਿ ਕਿਸੇ ਨੇ ਆ ਕੇ ਇਹਨੂੰ ਮਾਰ ਦਿੱਤਾ, ਕਦੇ ਸ਼ੇਰ ਦਾ ਹਮਲਾ, ਇਦਾਂ ਬੜੇ ਡਰਾਉਣੇ ਨੂੰ ਉਸੇ ਤਰੀਕੇ ਨਾਲ ਹਾਲ ਹੋ ਗਿਆ। ਸਾਰਾ ਦਿਨ ਵੀ ਉਹੀ ਸੀਨ ਅੱਖਾਂ ਦੇ ਅੱਗੇ ਚੱਲੀ ਜਾਣਾ। ਕਹਿੰਦੇ ਨੇ ਜੋ ਇਹ ਸੁਪਨਾ ਹੈ ਇਹਨੂੰ ਬਿਲਕੁਲ ਝੂਠ ਨਾ ਮੰਨੋ। ਆਪਾਂ ਕਹਿੰਦੇ ਇਹ ਸੁਪਨਾ ਹੈ, ਕਹਿੰਦੇ ਝੂਠ ਇਹ ਹੈ ਜੋ ਤੂੰ ਦੇਖ ਰਿਹਾ ਹੈ। ਜੋ ਆਪਾਂ ਦੇਖਦੇ ਆ ਨਾ ਉਹ ਝੂਠ ਹੈ, ਜੋ ਸੁਪਨਾ ਦੇਖਦੇ ਉਹ ਸੱਚ ਹੁੰਦਾ ਹੈ। ਉਹ ਕਿਵੇਂ? ਜੋ ਸਾਨੂੰ ਰਾਤ ਵਿੱਚ ਸੁਪਨਾ ਆਉਂਦਾ ਹੈ ਉਹ ਸਾਡੇ ਦਿਨ ਦੇ ਕੰਮਾਂ ਦੇ ਮੁਤਾਬਕ ਹੈ, ਉਹ ਨਹੀਂ ਝੂਠ। ਜੋ ਦਿਨ ਵਿੱਚ ਅਸੀਂ ਸੋਚਿਆ, ਜੋ ਦਿਨ ਵਿੱਚ ਅਸੀਂ ਕੀਤਾ, ਕਿਸੇ ਦੇ ਬਾਰੇ ਭੁਲਾਇਆ, ਬੁਰਾ ਸੋਚਦੇ ਹਾਂ, ਉਹ ਰਾਤ ਨੂੰ ਸਾਡੇ ਸੁਪਨੇ ਦੇ ਰਾਹੀਂ ਸਾਡੇ ਸਾਹਮਣੇ ਆਉਂਦਾ ਹੈ। ਆਉਣ ਵਾਲੇ ਸਮੇਂ ਦੇ ਬਾਰੇ ਜੇ ਥੋੜਾ ਬਹੁਤ ਵੀ ਤੁਹਾਨੂੰ ਗਿਆਨ ਹੈ, ਥੋੜੀ ਬਹੁਤ ਵੀ ਤੁਹਾਡੇ ਪੱਲੇ ਭਗਤੀ ਹੈ, ਥੋੜਾ ਬਹੁਤ ਵੀ ਤੁਸੀਂ ਸਤਿਗੁਰੂ ਨੂੰ ਹਾਜ਼ਰ ਮੰਨਦੇ ਹੋ, ਤੇ ਆਉਣ ਵਾਲਾ ਸਮਾਂ ਤੇਰੇ ਲਈ ਭਲਾ ਕੀ ਉਹ ਸੁਪਨੇ ਵਿੱਚ ਤੈਨੂੰ ਸਤਿਗੁਰੂ ਦੱਸ ਦਿੰਦੇ, ਸੁਪਨੇ ਵਿੱਚ ਤੇਰੇ ਰੋਗ ਕੱਟ ਦਿੰਦੇ ਨੇ। ਇਹ ਜੋ ਦੇਖਦੇ ਆ ਆਪਾਂ, ਇਹ ਸੁਪਨਾ, ਇਹ ਝੂਠ ਨਹੀਂ ਹੁੰਦਾ, ਇਹ ਸੱਚ ਹੁੰਦਾ। ਇਹਦੀ ਵਿਚਾਰ ਕੀਤੀ ਜਾਂਦੀ ਹੈ ਕਿ ਮੈਨੂੰ ਇਹ ਅਗਰ ਵਾਰਤਾ ਹੋਈ ਹੈ, ਇਹ ਦ੍ਰਿਸ਼ਟਾਂਤ ਹੋਇਆ ਹੈ, ਇਹ ਕਿਉਂ ਹੋਇਆ। ਬੜੀਆਂ ਸਾਖੀਆਂ ਹੁੰਦੀਆਂ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਦੇ ਜੀਵਨ ਵਿੱਚ, ਜਿਨ੍ਹਾਂ ਨੇ ਉਹਨਾਂ ਨੂੰ ਯਾਦ ਕਰਨ ਵਾਲੇ, ਉਹਨਾਂ ਦੀ ਸੰਗਤ ਕਰਨ ਵਾਲਿਆਂ ਨੂੰ ਸੁਪਨਿਆਂ ਵਿੱਚ ਸਭ ਕੁਝ ਦੱਸ ਦਿੱਤਾ। ਸੁਪਨਿਆਂ ਵਿੱਚ ਉਹਨੂੰ ਦਿਖਾ ਦਿੱਤਾ ਕਿਸੇ ਦੇ ਘਰ ਚੋਰੀ ਹੋਣ ਲੱਗੀ, ਉਹ ਕਿਤੇ ਦੂਰ ਬੈਠਾ ਸੀ, ਉਹਨੂੰ ਸੁਪਨਾ ਆਇਆ ਕਿ ਤੇਰੇ ਘਰ ਦਾ ਕੋਈ ਤਾਲਾ ਤੋੜ ਰਿਹਾ ਹੈ। ਉਹ ਉਬੜਵਾਏ ਉੱਠਿਆ, ਜਦੋਂ ਉੱਠਿਆ ਕਹਿਣ ਲੱਗਾ ਓਹੋ ਮੈਂ ਤਾਂ ਵੀ ਡਰਦਾ ਸੀ, ਇਹ ਤੇ ਸੁਪਨਾ ਸੀ। ਉਹਨੇ ਰਜਾਈ ਮੂੰਹ ਤੇ ਲਈ, ਫਿਰ ਤੋਂ ਸੌਂ ਗਿਆ। ਪਰ ਇੱਕਦਮ ਮਨ ਵਿੱਚ ਆਇਆ ਕਿ ਇਹ ਤਾਂ ਮੈਨੂੰ ਕੋਈ ਸਾਧੂ ਸੰਤ ਚਿੱਟੇ ਕੱਪੜਿਆਂ ਵਾਲੇ, ਜਿਨ੍ਹਾਂ ਨੇ ਮੈਨੂੰ ਆ ਕੇ ਉਠਾਇਆ, ਜਿਨ੍ਹਾਂ ਨੇ ਮੈਨੂੰ ਆ ਕੇ ਜਗਾਇਆ, ਤੇ ਸਾਧੂ ਸੰਤ ਨਹੀਂ ਝੂਠੇ ਹੋ ਸਕਦੇ। ਉਹਨੇ ਉਸੇ ਵੇਲੇ ਆਪਣੇ ਘਰ ਆਂਢੀ ਗੁਆਂਢੀ ਫੋਨ ਲਾਇਆ, ਕਹਿੰਦੇ ਮੇਰੇ ਘਰ ਜਰਾ ਚੱਕਰ ਮਾਰੋ, ਚਾਨਣ ਕਰੋ, ਦੇਖੋ ਮੇਰੇ ਘਰ ਚੋਰੀ ਤਾਂ ਨਹੀਂ ਕੋਈ ਹੋ ਰਹੀ। ਜਾਂ ਉਹਨਾਂ ਨੇ ਦੇਖਿਆ, ਹੱਲਾ ਸ਼ੋਰ ਕੀਤਾ, ਉਹਨਾਂ ਦੇ ਵਿੱਚੋਂ ਚੋਰ ਨਿਕਲ ਕੇ ਦੌੜਨ ਲੱਗੇ, ਭੱਜਣ ਲੱਗੇ। ਪਤਾ ਚੱਲ ਗਿਆ ਘਰ ਦੀ ਬਚਤ ਹੋ ਗਈ, ਬਚਾਅ ਹੋ ਗਿਆ। ਇਸ ਲਈ ਕਹਿਣ ਲੱਗਾ ਜੇ ਮੈਂ ਗੁਰਾਂ ਦੇ ਬਚਨਾਂ ਨੂੰ ਨਾ ਧਿਆਨ ਦਿੰਦਾ, ਉਦਾਂ ਹੀ ਮੈਂ ਸੌਂ ਜਾਂਦਾ, ਤੇ ਮੇਰਾ ਘਰ ਜਿਹੜਾ ਉਹ ਲੁੱਟਿਆ ਜਾਣਾ ਸੀ। ਉਹ ਬਾਬਾ ਆਨੰਦ ਸਿੰਘ ਮਹਾਰਾਜ ਦਾ ਸੰਗੀ ਸੇਵਕ ਸੀ। ਇਦਾਂ ਇੱਕ ਨਹੀਂ, ਹਜ਼ਾਰਾਂ ਸਾਖੀਆਂ ਨੇ, ਇੱਕ ਨਹੀਂ, ਜਿਨ੍ਹਾਂ ਨੂੰ ਸੁਪਨੇ ਦੇ ਦੁਆਰਾ ਉਹਨਾਂ ਦੇ ਜਨਮ ਮਰਨ ਦੇ ਦੁੱਖ ਰੋਗ ਜਿਹੜੇ ਨੇ ਗੁਰੂ ਸਾਹਿਬ ਨੇ ਵੀ ਕੱਟੇ। ਸਕੇਤ ਮੰਡੀ ਵਾਲੇ ਰਾਜੇ ਦੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਦੀ ਵੀ ਸਾਖੀ ਆਉਂਦੀ, ਸੁਪਨੇ ਵਿੱਚ ਹੀ ਉਹਦਾ ਜਨਮ ਮਰਨ ਕੱਟ ਦਿੱਤਾ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਜਹਾਂਗੀਰ ਨੂੰ ਉਹਦੇ ਤਰ੍ਹਾਂ ਹੀ ਸੁਪਨੇ ਆਉਣ ਲੱਗੇ ਦੁੱਖ ਭਰੇ।
ਕਹਿਣ ਲੱਗਾ ਇਹ ਤਾਂ ਕੋਈ ਹੀਲਾ ਕਰਨਾ ਪੈਣਾ ਹੈ, ਸਤਿਗੁਰੂ ਨੂੰ ਬਾਹਰ ਕੱਢਣਾ ਪਏਗਾ, ਨਹੀਂ ਤੇ ਮੇਰਾ ਦੁੱਖ ਜਿਹੜਾ ਹੈ ਉਸੇ ਤਰੀਕੇ ਨਾਲ ਹੀ ਫਿਰ ਹੋ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਜਾ ਕੇ ਬੇਨਤੀ ਕੀਤੀ, ਮਹਾਰਾਜ ਬੜੀ ਮਿਹਰ ਕਿਰਪਾ ਤੁਸੀਂ ਕੀਤੀ ਹੈ, ਤੇ ਹੁਣ ਮਹਾਰਾਜ ਸੰਗਤ ਬਾਹਰ ਉਡੀਕਦੀ ਹੈ, ਤੇ ਆਪ ਜੀ ਕਿਰਪਾ ਕਰੋ ਬਾਹਰ ਸੰਗਤ ਨੂੰ ਦਰਸ਼ਨ ਦਿਓ ਤੇ ਪੰਜਾਬ ਵਾਪਸ ਪਰਤ ਜਾਓ। ਹੁਣ ਸਤਿਗੁਰੂ ਕਹਿਣ ਲੱਗੇ ਜਹਾਂਗੀਰ ਅਸੀਂ ਹੁਣ ਨਹੀਂ ਜਾਣਾ, ਹੁਣ ਅਸੀਂ ਇੱਥੇ ਹੀ ਰਹਿਣਾ, ਸਾਡਾ ਮਨ ਲੱਗ ਗਿਆ। ਇਹ 52 ਜਿਹੜੇ ਰਾਜੇ ਨੇ ਇਹਨਾਂ ਨਾਲ ਸਾਡਾ ਮਨ ਜੁੜ ਗਿਆ, ਹੁਣ ਨਹੀਂ ਅਸੀਂ ਕਿਤੇ ਵੀ ਜਾਣਾ। ਇਹ ਬੜਾ ਪਰੇਸ਼ਾਨ ਸੀ। ਕਹਿਣ ਲੱਗਾ ਜੇ ਸਤਿਗੁਰੂ ਨੂੰ ਮੁਕਤ ਨਾ ਕੀਤਾ, ਇੱਥੋਂ ਸਤਿਗੁਰੂ ਬਾਹਰ ਨਹੀਂ ਗਏ, ਤੇ ਮੇਰਾ ਤਾਂ ਫਿਰ ਉਹੀ ਹਾਲ ਹੋ ਜਾਣਾ। ਮੇਰੀ ਤੇ ਰਾਤ ਕੱਟਣੀ ਔਖੀ ਹੈ, ਦਿਨ ਕੱਟਣਾ ਔਖਾ ਹੈ। ਫਿਰ ਆਪਣੇ ਦਿਲ ਦੀ ਗੱਲ ਦੱਸੀ, ਮਹਾਰਾਜ ਮੈਂ ਬੜਾ ਦੁਖੀ ਹਾਂ, ਜਿਸ ਦੁੱਖ ਕਾਰਨ ਤੁਝੇ ਅਰਾਧਤ ਸੋ ਦੁੱਖ ਅਜਹੂ ਸਹੀਏ। ਮਹਾਰਾਜ ਦੁੱਖ ਮੇਰਾ ਕੱਟਿਆ ਗਿਆ ਸੀ, ਪਰ ਮੇਰੇ ਕਰਮਾਂ ਦੇ ਕਰਕੇ ਉਹ ਦੁੱਖ ਫਿਰ ਮੈਨੂੰ ਲੱਗ ਗਿਆ, ਤੇ ਜਿੰਨਾ ਚਿਰ ਮਹਾਰਾਜ ਆਪ ਬਾਹਰ ਨਹੀਂ ਇੱਥੋਂ ਜਾਂਦੇ ਮੇਰਾ ਦੁੱਖ ਨਹੀਂ ਕੱਟਿਆ ਜਾਏਗਾ। ਸਤਿਗੁਰੂ ਕਹਿੰਦੇ ਅਸੀਂ ਜਾਣਾ ਹੀ ਨਹੀਂ, ਇੱਥੇ ਹੀ ਰਹਿਣਾ, ਤੇ ਮਹਾਰਾਜ ਫਿਰ ਮੇਰਾ ਵੀ ਦੁੱਖ ਉਵੇਂ ਹੀ ਰਹੇਗਾ। ਬੜੀ ਸਤਿਗੁਰੂ ਨੂੰ ਬੇਨਤੀ ਕੀਤੀ। ਸਤਿਗੁਰੂ ਕਹਿੰਦੇ ਜੇ ਜਾਵਾਂਗੇ ਤੇ ਆ ਜਿੰਨੇ 52 ਰਾਜੇ ਨੇ ਸਾਰਿਆਂ ਨੂੰ ਨਾਲ ਹੀ ਲੈ ਕੇ ਜਾਵਾਂਗੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਇਹਨਾਂ ਰਾਜਿਆਂ ਨੂੰ ਨਾਲ ਹੀ ਲੈ ਕੇ ਜਾਵਾਂਗੇ। ਕਹਿਣ ਲੱਗਾ ਮਹਾਰਾਜ ਇਹ ਨਹੀਂ ਹੋ ਸਕਦਾ, ਇੱਕ ਨਹੀਂ ਮਾਣ ਇੰਨੇ ਨਹੀਂ, ਇਹਨਾਂ ਕੋਲ ਫੌਜ ਹੈ, ਰਾਜ ਨੇ, ਇਹ 52 ਜੇ ਛੁੱਟ ਗਏ ਤੇ ਮੇਰੇ ਤੇ ਹਮਲਾ ਉਸੇ ਵੇਲੇ ਹੀ ਕਰ ਦੇਣਗੇ, ਮੇਰਾ ਰਾਜ ਚਲੇ। ਸਤਿਗੁਰੂ ਕਹਿਣ ਲੱਗੇ ਕੁਛ ਨਹੀਂ ਕਰਦੇ। ਕਹਿਣ ਲੱਗਾ ਮਹਾਰਾਜ ਨਹੀਂ। ਸਤਿਗੁਰੂ ਕਹਿੰਦੇ ਫਿਰ ਅਸੀਂ ਵੀ ਇੱਥੇ ਹੀ ਰਹਿਣਾ। ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਕੋਈ ਜੁਗਤੀ, ਕੋਈ ਭਲਾ ਕਰੋ। ਸਤਿਗੁਰੂ ਕਹਿੰਦੇ ਫਿਰ ਵਿਚਾਰ ਕਰ ਲੈ, ਅੱਜ ਦਾ ਤੇਰੇ ਕੋਲ ਸਮਾਂ, ਕੱਲ ਆ ਕੇ ਸਾਨੂੰ ਦੱਸੀ, ਅਸੀਂ ਜਾਵਾਂਗੇ ਤੇ ਇਹਨਾਂ ਸਾਰਿਆਂ ਨੂੰ ਨਾਲ ਹੀ ਲੈ ਕੇ ਜਾਵਾਂਗੇ। ਬੜੀ ਵਿਚਾਰ ਕੀਤੀ। ਉਸ ਵੇਲੇ ਇਹਦੇ ਅਹਲਕਾਰਾਂ ਨੇ ਆਖਿਆ ਏਦਾਂ ਕਰੋ, ਸਤਿਗੁਰੂ ਨੂੰ ਕਹੋ ਮਹਾਰਾਜ ਕਿ ਜਿੰਨੇ ਵੀ ਤੁਹਾਡਾ ਪੱਲਾ ਫੜ ਕੇ ਬਾਹਰ ਆ ਜਾਣ, ਚੋਲੇ ਦਾ ਪੱਲਾ ਹੋਵੇ, ਤੁਹਾਡਾ ਲੜ ਹੋਵੇ, ਉਹ ਫੜ ਕੇ ਜਿੰਨੇ ਕੋ ਬਾਹਰ ਆ ਜਾਣ ਉਹਨੇ ਰਾਜੇ ਆ ਸਕਦੇ ਨੇ, ਬਾਕੀ ਨਹੀਂ ਆ ਸਕਦੇ। ਸਤਿਗੁਰੂ ਕਹਿੰਦੇ ਠੀਕ ਹੈ। ਸਤਿਗੁਰੂ ਮਹਾਰਾਜ ਜੀ ਨੇ ਉਹ ਚੋਲਾ ਤਿਆਰ ਕਰਵਾਇਆ, ਜਿਹਨੂੰ ਆਪਾਂ 52 ਕਲੀਆਂ ਵਾਲਾ ਚੋਲਾ ਕਹਿੰਦੇ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਨਾਲ ਉਹਦੀ ਬੰਤਰ ਬਣਾਈ ਕਿ ਸਾਰਿਆਂ ਨੂੰ ਹੀ ਆਪਣਾ ਲੜ ਫੜਾ ਕੇ ਸਤਿਗੁਰੂ ਪਾਰ ਲੰਘਾ ਸਕਣ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਤਿਆਰ ਕੀਤਾ ਚੋਲਾ, ਕਹਿਣ ਲੱਗੇ ਕੱਲ ਅਸੀਂ ਬਾਹਰ ਆਵਾਂਗੇ, ਸਾਰੀਆਂ ਸੰਗਤਾਂ ਨੂੰ ਦੱਸ ਦਿੱਤਾ ਜਾਵੇ ਕਿ ਹੁਣ ਫਿਕਰ ਨਾ ਕਰਨ, ਅਸੀਂ ਕੱਲ ਦਿਨ ਚੜ੍ਹਨ ਦੇ ਨਾਲ ਹੀ ਬਾਹਰ ਆ ਜਾਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਰਹਿਮਤ ਕੀਤੀ, ਕਿਰਪਾ ਕੀਤੀ। ਅਗਲੇ ਦਿਨ ਬਾਦਸ਼ਾਹ ਜਹਾਂਗੀਰ ਵੀ ਖੜਾ ਹੈ, ਚੰਦੂ ਵੀ ਖੜਾ, ਸਾਰੇ ਅਹਿਲਕਾਰ ਖੜੇ ਨੇ, ਰਾਜੇ ਰਜਵਾੜੇ ਖੜੇ ਨੇ, ਸਾਰੀਆਂ ਸੰਗਤਾਂ, ਧੰਨ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ, ਬਾਬਾ ਵਿਧੀ ਚੰਦ ਵਰਗੇ ਸਾਰੇ ਹੀ ਗੁਰਸਿੱਖ ਮਹਾਰਾਜ ਗੁਰੂ ਕੀਆਂ ਸੰਗਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਹੱਥਾਂ ਦੇ ਵਿੱਚ ਫੁੱਲ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ 52 ਰਾਜਿਆਂ ਨੂੰ ਆਪਣੇ ਚੋਲੇ ਦਾ ਪੱਲਾ ਫੜਾ ਕੇ, ਕਲੀਆਂ ਫੜਾ ਕੇ, ਆਪਣੇ ਲੜ ਲਾ ਕੇ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਬਾਹਰ ਆਉਣ ਦੀ ਤਿਆਰੀ ਕਰਨ ਲੱਗੇ। ਬਾਹਰ ਸੰਗਤਾਂ ਬੇਬਲ ਹੋਈਆਂ ਨੇ। ਮਹਾਰਾਜ ਤੁਹਾਡੇ ਨਾਲ ਹੀ ਸਭ ਕੁਝ ਹੈ, ਤੁਹਾਡੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਹੈ, ਤੁਹਾਡੇ ਨਾਲ ਹੀ ਸਾਰੀਆਂ ਰੌਣਕਾਂ ਨੇ। ਗੁਰਾਂ ਦੇ ਬਾਝੋਂ, ਸਤਿਗੁਰਾਂ ਦੇ ਬਾਝੋਂ ਇੱਕ ਤਿਲ ਵੀ ਜਿਹੜਾ ਹੈ ਗੁਰੂ ਬਾਝੋਂ ਉਹ ਕੱਟਣਾ ਬੜਾ ਮੁਸ਼ਕਲ ਹੈ। ਮਹਾਰਾਜ ਬੜਾ ਸਮਾਂ ਹੋ ਗਿਆ, ਕਿਰਪਾ ਕਰੋ ਸਾਨੂੰ ਦਰਸ਼ਨ ਦਿਦਾਰੇ ਬਖਸ਼ੋ। ਉਸੇ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੰਗਤ ਦੀ ਪੁਕਾਰ ਸੁਣ ਕੇ ਕਿਲੇ ਦੇ ਕਬਾੜ, ਵੱਡੇ ਗੇਟ, ਦਰਵਾਜ਼ੇ ਖੁੱਲੇ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ 52 ਰਾਜਿਆਂ ਨੂੰ ਲੈ ਕੇ ਸਤਿਗੁਰੂ ਮਹਾਰਾਜ ਜੀ ਆਏ ਨੇ। ਗੁਰੂ ਹਰਗੋਬਿੰਦ ਜੀ ਆਏ, ਚੱਲ ਆਈਆਂ ਨਾਲ ਬਹਾਰਾਂ। 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 ਚੱਲ ਆਈਆਂ ਨਾਲ ਬਹਾਰਾਂ, ਚੱਲ ਆਈਆਂ ਨਾਲ ਬਹਾਰਾਂ। ਚੱਲ ਆਈਆਂ ਨਾਲ
ਬਹਾਰਾਂ ਚੱਲ ਆਈਆਂ ਨਾਲ ਬਹਾਰਾਂ ਚੱਲ ਆਈਆਂ ਨਾਲ ਬਹਾਰਾਂ ਚੱਲ ਆਈਆਂ ਨਾਲ ਬਹਾਰਾਂ ਚੱਲ ਆਈਆਂ ਨਾਲ ਬਹਾਰਾਂ ਚੱਲ ਆਈਆਂ ਨਾਲ ਬਹਾਰਾਂ ਗੁਰੂ ਹਰਗੋਬਿੰਦ ਦੀ ਆਏ ਚੱਲ ਆਈਆਂ ਨਾਲ ਬਹਾਰਾਂ ਗੁਰੂ ਹਰਗੋਬਿੰਦ ਦੀ ਆਏ ਚੱਲ ਆਈਆਂ ਨਾਲ ਬਹਾਰਾਂ ਗੁਰੂ ਹਰਗੋਬਿੰਦ ਜੀ ਆਏ ਚੱਲ ਆਈਆਂ ਨਾਲ ਬਹਾਰਾਂ ਗੁਰੂ ਹਰਗੋਬਿੰਦ ਜੀ ਆਏ ਚੱਲ ਆਈਆਂ ਨਾਲ ਬਹਾਰਾਂ 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 ਮੇਰੇ ਸਤਿਗੁਰ ਪਿਆਰੇ ਆਏ ਚੱਲ ਆਈਆਂ ਨਾਲ ਬਹਾਰਾਂ ਸਤਿਗੁਰ ਪਿਆਰੇ ਆਏ ਚੱਲ ਆਈਆਂ ਨਾਲ ਬਹਾਰਾਂ ਹਰਗੋਬਿੰਦ ਜੀ ਆਏ ਚੱਲ ਆਈਆਂ ਨਾਲ ਬਹਾਰਾਂ ਗੁਰੂ ਹਰਗੋਬਿੰਦ ਜੀ ਆਏ ਚੱਲ ਆਈਆਂ ਨਾਲ ਬਹਾਰਾਂ ਧਨ ਹਮਾਰੇ ਭਾਗ ਕਰ ਆਇਆ ਪਿਰ ਮੇਰਾ ਸੋਹੇ ਬੰਕ ਦਵਾਰ ਸਗਲਾ ਬਨ ਹਰਾ ਦਰਸ਼ਨ ਹੋਵੇ ਤੇਰਾ ਸੋਈ ਵੇਲਾ ਧੰਨ ਗੁਰੂ ਜੀ ਜਿਤ ਦਰਸ਼ਨ ਹੋਵੇ ਤੇਰਾ ਸੋਈ ਵੇਲਾ ਧੰਨ ਗੁਰੂ ਜੀ ਜਿਤ ਦਰਸ਼ਨ ਹੋਵੇ ਤੇਰਾ ਸੋਈ ਵੇਲਾ ਧੰਨ ਗੁਰੂ ਜੀ ਦਰਸ਼ਨ ਹੋਵੇ ਤੇਰਾ ਸੋਈ ਵੇਲਾ ਧੰਨ ਗੁਰੂ ਜੀ ਦਰਸ਼ਨ ਹੋਵੇ ਤੇਰਾ ਜੀ ਸੋਈ ਵੇਲਾ ਧੰਨ ਗੁਰੂ ਜੀ ਦਰਸ਼ਨ ਹੋਵੇ ਤੇਰਾ ਸੋਈ ਵੇਲਾ ਧੰਨ ਗੁਰੂ ਜੀ ਦਰਸ਼ਨ ਹੋਵੇ ਤੇਰਾ ਸੋਈ ਵੇਲਾ ਧੰਨ ਗੁਰੂ ਜੀ ਦਰਸ਼ਨ ਹੋਵੇ ਤੇਰਾ ਸੋਈ ਵੇਲਾ ਧੰਨ ਗੁਰੂ ਜੀ ਗੁਰੂ ਹਰਗੋਬਿੰਦ ਜੀ ਆਏ ਚੱਲ ਆਈਆਂ ਨਾਲ ਬਹਾਰਾਂ ਗੁਰੂ ਹਰਗੋਬਿੰਦ ਜੀ ਆਏ ਚੱਲ ਆਈਆਂ ਨਾਲ ਬਹਾਰਾਂ ਗੁਰੂ ਹਰਗੋਬਿੰਦ ਜੀ ਆਏ ਚੱਲ ਆਈਆਂ ਨਾਲ ਬਹਾਰਾਂ ਹਰਗੋਬਿੰਦ ਜੀ ਆਏ ਚੱਲ ਆਈਆਂ ਨਾਲ ਬਹਾਰਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਦੇਖਿਆ ਜਹਾਂਗੀਰ ਨੇ ਕਿ 2 4 5 7 10 ਰਾਜੇ ਹੋਣਗੇ ਵੇਖਿਆ ਸਤਿਗੁਰੂ ਨੇ ਤੇ 52 ਦੇ 52 ਰਾਜਿਆਂ ਨੂੰ ਹੀ ਲੈ ਕੇ ਸਤਿਗੁਰੂ ਬਾਹਰ ਸੰਗਤਾਂ ਨੂੰ ਆ ਕੇ ਦਰਸ਼ਨ ਦਿਦਾਰੇ ਦਿੱਤੇ ਜਹਾਂਗੀਰ ਵੇਖ ਕੇ ਹੈਰਾਨ ਹੋ ਗਿਆ ਮਹਾਰਾਜ ਨੇ ਕੈਸੀ ਜੁਗਤ ਵਰਤੀ ਹੈ कैसा तरीका वरत्या सतगुरु सच्चे पातशाह महाराज जी ने उस वेले सतगुरु जी उपर फुल्लां दी वर्खा की महाराज जी बहुत लंबे समय बाद दर्शन दिदारे दिते ने ते खुश संगत इस करके सी कि अगे गुरु अर्जन देव महाराज जी नूं भी लैके शहीद किया गया सी किते सतगुरु नाल भी कुछ इदां ना हो जाए पर सतगुरु कह के गए सन कि चंदू नूं सजा दे के फिर असी वापस आवांगे हुण जहांगीर अपने दरबार विच लै गया सतगुरु नूं उच्चा आसन ला के बिठाया उत्थे सतगुरु ने सब कुछ दस्सिया कहण लगे कि बादशाह ये जो तेरा दुख है ना ये दुख तेरे कर्मां दा है किहड़ा कर्म महाराज कहण लगे साडे पिता नूं ये तेरे चंदू दीवान ने बड़ी चलाकी दे नाल मन विच ईरखा रखदे होए उन्हां नूं तत्तियां तवियां ते बिठा के शहीद कीता लै जाओ महाराज ये तुहाडा गुनहगार है तुहाडा अपराधी है इनू तुसी जो सजा देनी चाहो दे दो बस इन्ना सुनन दी देर सी सतगुरु दे सिखां दे चंदू नू फड़ के खिच के बाहर लै गए गलियां दे विच फिराया कि ये वो है जिन्हें धोखे नाल गुरु अर्जन देव महाराज नू शहीद कीता तत्तियां तवियां ते बिठाया सतगुरु जी उपर जुलम कीते गलियां दे विच लोग जुत्तियां लाला मारदे ने बुरा भला इनू बोलदे ने डंडे मारदे ने रोड़े मारदे ने गलियां दे विच इदां फिरदा है
ਸਤਿਗੁਰੂ ਸਿੱਖਾਂ ਨੂੰ ਕਹਿਣ ਲੱਗੇ ਤੁਸੀਂ ਨਹੀਂ ਇਹਨੂੰ ਕੁਛ ਵੀ ਕਰਨਾ, ਕੁਛ ਨਹੀਂ ਕਹਿਣਾ। ਇਹਨੇ ਨੂੰ ਉਸ ਗਲੀ ਵਿੱਚ ਪਹੁੰਚਾ ਜਿੱਥੇ ਜਿਹਦੇ ਤੈਨੂੰ ਇਹਨੇ ਜ਼ਬਰਦਸਤੀ ਉਹ ਹਲਵਾਈ ਤੋਂ ਤੱਤਾ ਰੇਤਾ ਸਤਿਗੁਰੂ ਦੇ ਸਿਰ ਵਿੱਚ ਪਵਾਇਆ ਸੀ। ਉਹਦੀ ਦੁਕਾਨ ਮੂਹਰੇ ਜਦੋਂ ਲੰਘਣ ਲੱਗਾ ਤੇ ਉਹਨੇ ਫਿਰ ਉਹੀ ਖੁਰਚਣਾ ਜਿਹੜਾ ਮਠਿਆਈ ਵਾਲਾ ਸੀ ਚੰਦੂ ਦੀਵਾਨ ਦੇ ਸਿਰ ਵਿੱਚ ਮਾਰਿਆ ਤੇ ਉੱਥੇ ਹੀ ਚੰਦੂ ਪਾਪੀ ਦਾ ਅੰਤ ਹੋ ਗਿਆ। ਕਿਉਂਕਿ ਸਤਿਗੁਰੂ ਜੀ ਦੇ ਸਿਰ ਵਿੱਚ ਇਸ ਪਾਪੀ ਨੇ ਇਸ ਹਲਵਾਈ ਤੋਂ ਸਤਿਗੁਰੂ ਦੇ ਸਿਰ ਵਿੱਚ ਤੱਤਾ ਰੇਤਾ ਪਵਾਇਆ ਸੀ, ਕੜਾਇਆਂ ਵਿੱਚ ਤੱਤਾ ਰੇਤਾ ਕਰਕੇ ਸਤਿਗੁਰੂ ਦੇ ਸੀਸ ਵਿੱਚ ਪਵਾਇਆ ਸੀ। ਕਹਿਣ ਲੱਗਾ ਅੱਜ ਮੌਕਾ ਹੈ, ਜੇ ਇਹਨੂੰ ਸਜ਼ਾ ਮੈਂ ਦੇਣਾ ਤਾਂ ਮੈਂ ਦਰਗਾਹ ਵਿੱਚ ਬਖਸ਼ਿਆ ਜਾਵਾਂਗਾ, ਨਹੀਂ ਤੇ ਸਤਿਗੁਰੂ ਜੀ ਦੇ ਸੀਸ ਉੱਪਰ ਇਹਨੇ ਮੇਰੇ ਤੋਂ ਰੇਤਾ ਪਵਾਇਆ ਸੀ, ਨਹੀਂ ਤੇ ਕਹਿੰਦਾ ਸੀ ਤੇਰਾ ਸਾਰਾ ਪਰਿਵਾਰ ਵੀ ਮੈਂ ਮਾਰ ਦਿਆਂਗਾ। ਤੇ ਇਸ ਨੇ ਫਿਰ ਸਤਿਗੁਰੂ ਜੀ ਉੱਪਰ ਇਹ ਮੇਰਾ ਪਾਪ ਤਾਂ ਹੀ ਬਖਸ਼ਿਆ ਜਾਏਗਾ। ਇਸ ਪ੍ਰਕਾਰ ਸਤਿਗੁਰੂ ਨੇ ਚੰਦੂ ਦੀਵਾਨ ਨੂੰ ਸਜ਼ਾ ਦਿੱਤੀ। ਫਿਰ ਸਤਿਗੁਰੂ ਜੀ 52 ਰਾਜਿਆਂ ਨੂੰ ਲੈ ਕੇ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੇ। ਸਤਿਗੁਰੂ ਜੀ ਦੇ ਆਉਣ, ਮਹਾਰਾਜ ਜੀ ਦੇ ਆਉਣ ਦੀ ਖੁਸ਼ੀ ਦੇ ਵਿੱਚ ਸਾਰੀਆਂ ਸੰਗਤਾਂ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਆਉਣ ਦੀ ਖੁਸ਼ੀ ਦੇ ਵਿੱਚ ਸਾਰੀਆਂ ਪ੍ਰਕਰਮਾਂ ਦੇ ਵਿੱਚ, ਘਰਾਂ ਦੇ ਵਿੱਚ, ਪੂਰੀ ਅੰਮ੍ਰਿਤਸਰ ਨਗਰੀ ਦੇ ਵਿੱਚ ਸਤਿਗੁਰੂ ਦੇ ਰਸਤੇ ਦੇ ਵਿੱਚ ਘਿਓ ਦੇ ਦੀਵੇ ਜਗਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਵਾਗਤ ਕੀਤਾ ਸੀ। ਘਿਓ ਦੇ ਦੀਵੇ ਜਗਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕੀਤੇ ਸਨ। ਕਹਿੰਦੇ ਇੱਕ ਤਾਂ ਜਦੋਂ ਖੁਸ਼ੀ ਹੋਵੇ ਉਦੋਂ ਦੀਵਾ ਜਗਾਇਆ ਜਾਂਦਾ ਹੈ, ਬੇਅੰਤ ਖੁਸ਼ੀ ਹੋਵੇ ਘਿਓ ਦੇ ਦੀਵੇ ਜਗਾਏ ਜਾਂਦੇ ਨੇ। ਦੂਜਾ ਸਤਿਗੁਰੂ ਦਾ ਸਮਾਂ ਜਿਹੜਾ ਸੀ ਰਾਤ ਦਾ ਵੇਲਾ ਸੀ ਪਹੁੰਚਣ ਦਾ, ਸੰਧਿਆ ਵੇਲੇ ਰਹਿਰਾਸ ਵੇਲੇ ਸਤਿਗੁਰੂ ਪਹੁੰਚੇ ਸਨ ਤੇ ਸਤਿਗੁਰੂ ਦੇ ਦਰਸ਼ਨ ਦਿਦਾਰੇ ਉਸ ਵੇਲੇ ਲਾਈਟਾਂ ਨਹੀਂ ਸਨ ਹੋ ਸਕਣ ਤੇ ਖੁਸ਼ੀ ਵਿੱਚ ਉਹ ਸੰਗਤਾਂ ਨੇ ਦੀਵੇ ਜਗਾਏ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਆਉਣ ਦੀ ਖੁਸ਼ੀ ਦੇ ਵਿੱਚ। ਤੇ ਉਹੀ ਅੱਜ ਵੀ ਸੰਗਤਾਂ ਮਨਾਉਂਦੀਆਂ ਨੇ, ਸਤਿਗੁਰੂ ਸੱਚੇ ਪਾਤਸ਼ਾਹ ਨੂੰ ਬੇਨਤੀਆਂ ਕਰਦੀਆਂ ਨੇ ਮਹਾਰਾਜ ਸਾਡੇ ਤੇ ਕਿਰਪਾ ਕਰੋ, ਸਾਡੇ ਜਨਮ ਮਰਨ ਦੇ ਬੰਧਨ ਕੱਟਣੇ। ਦੂਜਾ ਇਤਿਹਾਸ ਹੈ, ਭਗਵਾਨ ਸ਼੍ਰੀ ਰਾਮਚੰਦਰ ਜੀ 14 ਸਾਲ ਦਾ ਬਨਵਾਸ ਆਪਣੇ ਮਾਤਾ ਪਿਤਾ ਦੀ ਆਗਿਆ ਵਿੱਚ ਗਏ। 14 ਸਾਲ ਦਾ ਬਨਵਾਸ ਕੱਟ ਕੇ ਰਾਵਣ ਦਾ ਅੰਤ ਕਰਕੇ ਫਿਰ ਆਪਣੀ ਅਯੋਧਿਆਪੁਰੀ ਨੂੰ ਵਾਪਸ ਪਰਤੇ ਸਨ। ਉਹਨਾਂ ਦੀ ਆਉਣ ਦੀ ਖੁਸ਼ੀ ਦੇ ਵਿੱਚ ਵੀ ਸਾਰੀ ਪ੍ਰਜਾ ਨੇ ਦੀਵੇ ਜਗਾ ਕੇ ਭਗਵਾਨ ਸ਼੍ਰੀ ਰਾਮਚੰਦਰ ਜੀ ਦਾ ਸਵਾਗਤ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਭਾਈ ਗੁਰਦਾਸ ਜੀ ਲਿਖਦੇ ਨੇ, ਦੀਵਾਲੀ ਦੀ ਰਾਤ, ਦੀਵਾਲੀ ਦੀ ਰਾਤ, ਦੀਵੇ ਬਾਲੀਆਂ, ਦੀਵੇ ਬਾਲੀਆਂ, ਦੀਵਾਲੀ ਦੀ ਰਾਤ, 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 ਦੀਵੇ ਬਾਲੀਆਂ, ਤਾਰੇ ਜਾਤ ਸਨਾਤ ਅੰਬਰ ਪਾਲਿਆਂ, ਤਾਰੇ ਜਾਤ ਸਨਾਤ ਅੰਬਰ ਪਾਲਿਆਂ, ਤਾਰੀ ਜਾਤ ਸਨਾਤ ਅੰਬਰ ਪਾਲੀਅਨ, ਤਾਰੀ ਜਾਤ ਸਨਾਤ ਅੰਬਰ ਪਾਲੀਅਨ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲਿਆਂ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲਿਆਂ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਅਨ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਅਨ, ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਦੀਵਾਲੀ ਦੀ ਰਾਤ ਦੀਵੇ ਬਾਲੀਆਂ,
ਦੀਵਾਲੀ ਦੀ ਰਾਤ ਦੀਵੇ ਬਾਲੀਆਂ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਸਤਿਗੁਰੂ ਸੱਚੇ ਪਾਤਸ਼ਾਹ ਭਾਵੇਂ ਕਿ ਇਹ ਵਾਰ ਦਾ ਭਾਈ ਗੁਰਦਾਸ ਜੀ ਦੀ ਵਾਰ ਦਾ ਭਾਵ ਅਰਥ ਹੋਰ ਹੈ, ਪਰ ਢੁਕਵੇਂ ਸ਼ਬਦ ਹੋਣ ਕਰਕੇ ਗੁਰੂ ਕੇ ਪਿਆਰੇ ਗਾਉਂਦੇ ਨੇ ਪੜ੍ਹਦੇ ਨੇ ਸਤਿਗੁਰੂ ਦੇ ਆਉਣ ਦੀ ਯਾਦ ਵਿੱਚ। ਇਹ ਬਹੁਤ ਹੀ ਵੱਡਾ ਦਿਹਾੜਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸਤਿਗੁਰੂ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਾਟੇ। ਸਤਿਗੁਰੂ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰੂ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰੂ ਸਿੱਖ ਕਉ ਜੀ ਨਾਲ ਸਮਾਰੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਹੈ। ਉਹ ਆਪਣੇ ਸਿੱਖਾਂ ਦੇ ਬੰਧਨ ਕੱਟਦੇ ਹਨ, ਉਹਨਾਂ ਨੂੰ ਨਾਮ ਧਨ ਦਿੰਦੇ ਹਨ। ਜੋ ਇੱਛੇ ਸੋਈ ਫਲ ਪਾਵੇ, ਇੱਛਾ ਪੂਰਕ ਸਰਬ ਸੁਖ ਦਾਤਾ, ਹਰ ਜਾ ਕੇ ਵਸ ਹੈ ਕਾਮ ਤੇ ਨਾ। ਜੋ ਗੁਰੂ ਤੋਂ ਮੰਗਦਾ ਹੈ ਉਹਨੂੰ ਮਿਲਦਾ ਹੈ। ਉਹ ਰਾਜਿਆਂ ਦੀ ਪੁਕਾਰ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਗੇੜੇ ਵਿੱਚ ਹੀ ਜਹਾਂਗੀਰ ਦਾ ਉਧਾਰ ਕੀਤਾ, ਚੰਦੂ ਬਾਪੀ ਨੂੰ ਵੀ ਸਜ਼ਾ ਦਿੱਤੀ, ਸਿੱਖਾਂ ਨੂੰ ਵੀ ਦਰਸ਼ਨ ਦਿਦਾਰੇ ਨਿਹਾਲ ਕੀਤਾ, 52 ਰਾਜਿਆਂ ਨੂੰ ਵੀ ਸੰਗਤ ਕਰਨ ਦਾ ਮੌਕਾ ਮਿਲਿਆ, ਉਹਨਾਂ ਨੂੰ ਬੰਧਨ ਮੁਕਤ ਕੀਤਾ, ਉਹਨਾਂ ਨੂੰ ਛਡਾਇਆ। ਫਿਰ ਆ ਕੇ ਇਸ ਦਿਹਾੜੇ ਦੇ ਬਦਲੇ ਅੱਜ ਵੀ ਅਨੇਕਾਂ ਸਿੱਖਾਂ ਸੰਗਤਾਂ ਨੂੰ ਤਾਰਦੇ ਹਨ। ਦੀਵਾਲੀ ਸ੍ਰੀ ਅੰਮ੍ਰਿਤਸਰ ਸਾਹਿਬ ਆਪਾਂ ਦਰਸ਼ਨ ਦਿਦਾਰੇ ਕਰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੋਭਾ ਉਤਸਵ ਦੇ ਵਿੱਚ ਬਹੁਤ ਸੁੰਦਰ ਤਰੀਕੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪੂਰੀ ਨਗਰੀ ਜਿਹੜੀ ਹੈ ਸਜਾਈ ਜਾਂਦੀ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਭਾਗਾਂ ਵਾਲਿਆਂ ਨੂੰ ਅੱਜ ਵੀ ਦਰਸ਼ਨ ਹੁੰਦੇ ਨੇ ਤੇ ਸਤਿਗੁਰੂ ਅੱਜ ਵੀ ਉਹਨਾਂ ਦੇ ਜਿਹੜੇ ਹਨ ਬੰਧਨ ਹਨ ਉਹ ਕੱਟਦੇ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਹੈ ਸਾਡੇ ਗੁਰਾਂ ਦੀ, ਉਹਨਾਂ ਦਾ ਇੱਕ ਇੱਕ ਚੋਜ ਬੜਾ ਮਹਾਨ ਹੈ। ਇਸ ਲਈ ਸਾਰੀ ਆਈ ਹੋਈ ਸੰਗਤ ਨੂੰ ਜੀਓ ਆਇਆਂ ਨੂੰ। ਅੱਜ ਸੋਮਵਾਰੀ ਮੱਸਿਆ ਦਾ ਦਿਹਾੜਾ ਅਤੇ ਬੰਦੀ ਛੋੜ ਦਿਵਸ ਜੀ ਦੇ ਮਹਾਨ ਪੁਰਬ ਤੇ ਸਾਰੀ ਹੀ ਸੰਗਤ ਇਕੱਤਰ ਹੋਈ ਹੈ। ਆਈ ਹੋਈ ਸੰਗਤ ਨੂੰ ਬਾਬਾ ਜੀ ਵੱਲੋਂ, ਮਹਾਂਪੁਰਸ਼ ਬਾਬਾ ਗੁਰਮੀਤ ਸਿੰਘ ਜੀ ਵੱਲੋਂ, ਸਮੂਹ ਜਥੇ ਵੱਲੋਂ, ਸਥਾਨ ਵੱਲੋਂ ਜੀਓ ਆਇਆਂ ਨੂੰ। ਸਤਿਗੁਰੂ ਸਭਨਾਂ ਦੀ ਹਾਜ਼ਰੀ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਨ ਅਤੇ ਆਪਣੇ ਦਰੋਂ ਘਰੋਂ ਨਾਮ ਬਾਣੀ ਸੇਵਾ ਸਿਮਰਨ ਦੀ ਦਾਤ ਬਖਸ਼ੀਸ਼ ਕਰਨ। ਸਤਿਗੁਰੂ ਸਿੱਖ ਕੇ ਬੰਧਨ ਕਾਟੇ, ਗੁਰੂ ਕਾ ਸਿੱਖ ਵਿਕਾਰ ਤੇ ਹਟੇ। ਸਤਿਗੁਰੂ ਸਿੱਖ ਕੋ ਨਾਮ ਧਨ ਦੇ, ਗੁਰੂ ਕਾ ਸਿੱਖ ਵਡਭਾਗੀ ਹੈ। ਸਮੂਹ ਸੰਗਤ ਨੂੰ ਧੰਨਵਾਦ। ਬੰਦੀ ਛੋੜ ਦਿਵਸ ਦੀਆਂ ਸਭ ਨੂੰ ਹੀ ਬੇਅੰਤ ਵਧਾਈਆਂ। ਸਤਿਗੁਰੂ ਕਿਰਪਾ ਕਰਨ, ਸਭ ਦੀ ਹਾਜ਼ਰੀ ਚਰਨਾਂ ਵਿੱਚ ਪ੍ਰਵਾਨ ਕਰਨ। ਭੁੱਲਾਂ ਚੁੱਕਾਂ ਦੀ ਖਿਮਾ। ਹੁਣ ਸਤਿਕਾਰਯੋਗ ਉਸਤਾਦ ਜੀ ਕੋਈ ਸਮੇਂ ਵਾਸਤੇ ਹਾਜ਼ਰੀ ਭਰ ਦੇਣਗੇ। 2:15 ਵਜੇ ਤੱਕ ਸਾਰੀ ਸਮਾਪਤੀ ਕਰ ਦਿੱਤੀ ਜਾਏਗੀ ਅਤੇ ਫਿਰ ਅਰਦਾਸ ਹੁਕਮਨਾਮੇ ਹੋਣਗੇ। ਦੇਗ ਵਰਤੇਗੀ, ਪ੍ਰਸ਼ਾਦਾ ਪਾਣੀ ਛਕ ਕੇ ਫਿਰ ਸਮੂਹ ਸੰਗਤ ਨੇ ਚਾਲੇ ਪਾਉਣੇ, ਕਿਉਂਕਿ ਹਾਜ਼ਰੀ ਜਿਹੜੀ ਹੈ ਉਹ ਅਰਦਾਸ ਵਿੱਚ ਲੱਗਦੀ ਹੈ। ਸਾਰੇ ਹੀ ਆਪੋ ਆਪਣੀ ਹਾਜ਼ਰੀ ਲਵਾ ਕੇ ਫਿਰ ਚਾਲੇ ਪਾਉਣੇ ਜੀ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।